ਬਾਬਾ ਫਰੀਦ ਜੀ ਦੀ ਪਰਵਰਿਸ਼ ਚੰਗੇ ਸੱਜਦੇ ਪੁੱਜਦੇ ਅਮੀਰ ਖਾਨਦਾਨ ਵਿੱਚ ਹੋਈ। ਉਹਨਾਂ ਦੇ ਪਿਤਾ ਅਤੇ ਬਾਬਾ ਜੀ ਗਜਨੀ ਅਤੇ ਕੰਧਾਰ ਵਿੱਚ ਜੱਜ ਸਨ। ਅਫਗਾਨਿਸਤਾਨ ਵਿੱਚ ਹਾਲਾਤ ਖਰਾਬ ਹੋਏ ਤਾਂ ਇਸ ਪਰਿਵਾਰ ਨੇ ਹਿੰਦੁਸਤਾਨ ਵੱਲ ਦਾ ਰੁਖ ਕਰ ਲਿਆ। ਇੱਧਰ ਵੀ ਰਾਜ ਸੀ ਉਥਲ ਪੁਥਲ ਦਾ ਦੌਰ ਚੱਲ ਰਿਹਾ ਸੀ। ਚੜ੍ਹਦੀ ਜਵਾਨੀ ਵਿੱਚ ਉਹਨਾਂ ਨੇ ਗਜਨਵੀ ਹਕੂਮਤ ਦਾ ਪਤਨ ਅਤੇ ਗੌਰੀ ਹਕੂਮਤ ਦੀ ਚੜ੍ਹਤ ਦੋਵੇਂ ਵੇਖੇ। ਢਲਦੀ ਉਮਰ ਵਿੱਚ ਗੌਰੀਆਂ ਦਾ ਪਤਨ ਅਤੇ ਗੁਲਾਮ ਬੰਸ ਦੀ ਚੜ੍ਹਤ ਵੀ ਵੇਖੀ। ਤੁਰਕ ਆਏ, ਮੰਗੋਲ ਆਏ, ਹਕੂਮਤਾਂ ਸਥਾਪਿਤ ਕੀਤੀਆਂ, ਆਪੋ ਆਪਣੇ ਨਗਾਰੇ ਵਜਾ ਕੇ ਚੱਲਦੇ ਬਣੇ। ਤਾਕਤ ਦੀ ਇਸ ਜ਼ੋਰ ਅਜ਼ਮਾਈ ਸ਼ਾਨੋ ਸ਼ੌਕਤ ਅਤੇ ਖੁੰਖਾਰ ਟੱਕਰ ਦੇ ਵਿੱਚ ਬਾਬਾ ਫਰੀਦ ਅਤੇ ਉਹਨਾਂ ਦੇ ਮੁਰੀਦ ਇਸ ਸਭ ਕੁਝ ਤੋਂ ਬੇਖਬਰ ਬੇਪਰਵਾਹ ਬੰਦਗੀ ਵਿੱਚ ਆਪਣੇ ਦਿਨ ਗੁਜ਼ਾਰਿਆ ਕਰਦੇ ਸਨ। ਇਨ੍ਹਾਂ ਹੀ ਖਾਨਗਾਹਾਂ ਤੇ ਅਮੀਰ ਗਰੀਬ ਦਾਤੇ ਮੰਗਤੇ ਮੁਸਲਮਾਨ ਹਿੰਦੂ ਹਰ ਵਰਗ ਦੇ ਲੋਕ ਆਇਆ ਕਰਦੇ ਸਨ। ਆਪੋ ਆਪਣੀ ਅਰਦਾਸ ਕਰਕੇ ਪਰਤ ਜਾਇਆ ਕਰਦੇ ਸਨ। ਹਰੇਕ ਲੋੜਵੰਦ ਨੂੰ ਅਸੀਸ ਅਤੇ ਧਰਵਾਸ ਮਿਲਿਆ ਕਰਦਾ ਸੀ। ਬਾਦਸ਼ਾਹ ਨੇ ਕਿਲ੍ਹੇ ਅਤੇ ਮਹਿਲ ਬਣਵਾਏ। ਹੁਣ ਜਦੋਂ ਇਹਨਾਂ ਪੁਰਾਣੇ ਮਹਿਲਾਂ ਨੂੰ ਦੇਖਣ ਜਾਂਦੇ ਹਾਂ ਤਾਂ ਉੱਥੇ ਚਮਗਿੱਦੜਾਂ ਅਤੇ ਕਬੂਤਰਾਂ ਦਾ ਵਾਸਾ ਹੈ। ਮੌਤ ਦਾ ਸਨਾਟਾ ਸਾਹਮਣੇ ਦਿਖਾਈ ਦਿੰਦਾ ਹੈ। ਫਕੀਰਾਂ ਦੇ ਮਕਬਰਿਆਂ ਉੱਪਰ ਜਾਓ, ਕਵਾਲ ਗਾ ਰਹੇ ਨੇ, ਦਾਨੀ ਲੋਕ ਲੰਗਰ ਵਰਤਾ ਰਹੇ ਨੇ, ਲੋੜਵੰਦ ਖਾ ਰਹੇ ਨੇ, ਅਸੀਸਾਂ ਦਿੰਦੇ ਜਾ ਰਹੇ ਨੇ। ਚਾਹੀਦਾ ਤਾਂ ਇਹ ਸੀ ਕਿ ਮਹਿਲਾਂ ਦੇ ਵਿੱਚ ਜ਼ਿੰਦਗੀ ਦਿਸਦੀ ਅਤੇ ਕਬਰਾਂ ਉੱਤੇ ਮੌਤ, ਪਰ ਹੋ ਉਲਟ ਗਿਆ। ਕਬਰ ਉੱਪਰ ਜ਼ਿੰਦਗਾਨੀ ਦੀ ਖੈਰ ਮੰਗੀ ਜਾ ਰਹੀ ਹੈ। ਸੁਖਣਾ ਸੁਖੀਆਂ ਜਾ ਰਹੀਆਂ ਨੇ। ਪੁਰਾਣੀਆਂ ਸੁੱਖਾਂ ਦੀ ਪੂਰਤੀ ਹੋਣ ਸਦਕਾ ਸ਼ੁਕਰਾਨਾ ਕਰਨ ਵਾਸਤੇ ਕਾਫਲੇ ਜਾ ਰਹੇ ਨੇ। ਜਿਨ੍ਹਾਂ ਭਰੋਸੇਯੋਗ ਗ੍ਰੰਥਾਂ ਦੇ ਵਿੱਚੋਂ ਬਾਬਾ ਜੀ ਦੇ ਬਚਨ ਪ੍ਰਾਪਤ ਹੁੰਦੇ ਨੇ, ਉਹਨਾਂ ਦੇ ਵਿੱਚੋਂ ਪ੍ਰਥਮ ਗੁਰੂ ਗ੍ਰੰਥ ਸਾਹਿਬ ਨੇ। ਗੁਰੂ ਨਾਨਕ ਦੇਵ ਜੀ ਜਦੋਂ ਏਸ਼ੀਆ ਦਾ ਭਰਮਣ ਕਰ ਰਹੇ ਸਨ ਤਦ ਉਹ ਸੂਫੀਆਂ ਦੀਆਂ ਖਾਨਗਾਹਾਂ ਵਿੱਚ ਰੁਕਿਆ ਕਰਦੇ ਸੀ, ਸੰਵਾਦ ਕਰਿਆ ਕਰਦੇ ਸੀ ਅਤੇ ਜਿੱਥੇ ਕਿਤੇ ਬਾਬਾ ਫਰੀਦ ਜੀ ਦੀ ਬਾਣੀ ਹਾਸਲ ਹੁੰਦੀ ਪ੍ਰਾਪਤ ਕਰ ਲੈਂਦੇ ਸਨ। ਜਨਮ ਸਾਖੀਆਂ ਦੇ ਵਿੱਚ ਹਵਾਲੇ ਹਨ ਕਿ ਗੁਰੂ ਨਾਨਕ ਦੇਵ ਜੀ ਬਾਬਾ ਫਰੀਦ ਜੀ ਦੀ ਬਾਣੀ ਦਾ ਗਾਇਨ ਕਰਿਆ ਕਰਦੇ ਸੀ। ਇਸ ਤੋਂ ਇਲਾਵਾ ਦੂਸਰੀ ਭਰੋਸੇਯੋਗ ਕਿਤਾਬ ਫਾਇਦੁਲ ਫਵਾਦ ਹੈ। ਬਾਬਾ ਫਰੀਦ ਜੀ ਦੇ ਉੱਤਰ ਅਧਿਕਾਰੀ ਸ਼ੇਖ ਨਿਜ਼ਾਮੁਦੀਨ ਔਲੀਆ ਅਤੇ ਆਪਣੇ ਪ੍ਰਵਚਨਾਂ ਦੌਰਾਨ ਵਧੇਰੀਆਂ ਗੱਲਾਂ ਬਾਬਾ ਫਰੀਦ ਜੀ ਦੀਆਂ ਸੁਣਾਉਂਦੇ ਸਨ। ਉਹਨਾਂ ਦਾ ਇੱਕ ਸ਼ਰਧਾਲੂ ਅਮੀਰ ਹਸਨ ਸਿਜ਼ਦੀ ਅਜਿਹੇ ਮੌਕੇ ਆਪਣੇ ਕੋਲ ਕਲਮ, ਦਵਾਤ ਅਤੇ ਕਾਪੀ ਰੱਖਿਆ ਕਰਦਾ ਸੀ। ਨੇੜੇ ਬੈਠਾ ਨੋਟ ਕਰਦਾ ਰਹਿੰਦਾ ਸੀ। ਸ਼ੇਖ ਸਾਹਿਬ ਨੇ ਇੱਕ ਦਿਨ ਪੁੱਛਿਆ ਕਿ ਇਹ ਕੀ ਲਿਖ ਰਹੇ ਹੋ, ਤਾਂ ਹਸਨ ਨੇ ਦੱਸ ਦਿੱਤਾ। ਇਸ ਪਿੱਛੋਂ ਤਾਂ ਸ਼ੇਖ ਸਾਹਿਬ ਵਧੀਕ ਚੇਤਨ ਹੋ ਕੇ ਸਹਿਜੇ ਸਹਿਜੇ ਬੋਲਿਆ ਕਰਦੇ ਤਾਂ ਕਿ ਜਾਣਕਾਰੀ ਅਧੂਰੀ ਨਾ ਰਹਿ ਜਾਵੇ। ਦੇਖਿਆ ਕਿ ਕਿਤੇ ਕਿਤੇ ਸਫ਼ਿਆਂ ਵਿਚਕਾਰ ਖਾਲੀ ਥਾਂ ਪਈ ਹੈ। ਹਸਨ ਨੇ ਦੱਸਿਆ, ਜੀ ਇਹ ਮੈਂ ਨੋਟ ਨਹੀਂ ਕਰ ਸਕਿਆ, ਸੋਚਿਆ ਜਦੋਂ ਤੁਹਾਡੇ ਪਾਸ ਫੁਰਸਤ ਹੋਈ ਪੂਰੀ ਕਰ ਲਵਾਂਗਾ। ਸ਼ੇਖ ਸਾਹਿਬ ਨੇ ਇਹ ਖਾਲੀ ਥਾਵਾਂ ਪੂਰੀਆਂ ਕਰਵਾਈਆਂ। ਬੇਸ਼ੱਕ ਸਮਾਂ ਬਹੁਤ ਬੀਤ ਚੁੱਕਾ ਹੈ, ਪਰ ਅੱਜ ਵੀ ਫਾਇਦੁਲ ਫਵਾਦ ਦੀਆਂ ਕਈ ਜਲਦਾਂ ਮਿਲਦੀਆਂ ਨੇ, ਪਰ ਉਹਨਾਂ ਵਿੱਚ ਵਖਰੇਵੇਂ ਮੌਜੂਦ ਨੇ। ਤਾਂ ਵੀ ਖਾਲਿਕ ਅਹਿਮਦ ਨਿਜ਼ਾਮੀ ਦੇ ਵੱਲੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਜੋ ਸੰਭਾਲੇ ਖਰੜੇ ਨੇ ਉਹ ਭਰੋਸੇਯੋਗ ਨੇ। ਨਿਜ਼ਾਮੀ ਜੀ ਨੇ ਇਸ ਨੂੰ ਸੰਪਾਦਿਤ ਕਰਕੇ ਇੱਕ ਕਿਤਾਬ ਛਪਵਾਈ ਜਿਸ ਦਾ ਨਾਮ ਸੀ ਖੈਰੁਲ ਮਜ਼ਾਲਿਸ। ਇਸੇ ਹੀ ਕਿਤਾਬ ਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਆਧਾਰ ਮੰਨ ਕੇ ਸ਼੍ਰੇਸ਼ਟ ਗੋਸ਼ਟਾਂ ਅਤੇ ਫਾਇਦੁਲ ਫਵਾਦ ਦੇ ਆਧਾਰ ਤੇ ਦਿਲਾਂ ਲਈ ਰਾਹਤ ਕਿਤਾਬਾਂ ਰਚੀਆਂ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ। ਬਾਬਾ ਫਰੀਦ ਜੀ ਦੇ ਦਾਦਾ ਕਾਜ਼ੀ ਸ਼ੋਇਬ ਕਾਬਲ ਤੋਂ ਹਿਜਰਤ ਕਰਕੇ 1157 ਈਸਵੀ ਦੇ ਵਿੱਚ ਲਾਹੌਰ ਆ ਗਏ। ਥੋੜਾ ਸਮਾਂ ਲਾਹੌਰ ਰੁਕ ਕੇ ਫਿਰ ਉਹ ਕਸੂਰ ਚਲੇ ਗਏ। ਕਸੂਰ ਦੇ ਕਾਜੀ ਨੂੰ ਜਦੋਂ ਪਤਾ ਲੱਗਾ ਕਿ ਉਹਨਾਂ ਬਹੁਤ ਉੱਚੇ ਖਾਨਦਾਨ ਦਾ ਪਰਿਵਾਰ ਇਸ ਵਕਤ ਜ਼ਰੂਰਤਮੰਦ ਹੈ ਤਾਂ ਉਸਨੇ ਸੁਲਤਾਨ ਦੇ ਕੋਲ ਗੱਲ ਕੀਤੀ। ਸੁਲਤਾਨ ਨੇ ਉਹਨਾਂ ਨੂੰ ਸੱਦ ਕੇ ਸਤਿਕਾਰ ਦਿੰਦਿਆਂ ਪੁੱਛਿਆ, ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ। ਤਾਂ ਸ਼ਾਇਬ ਨੇ ਕਿਹਾ, ਜੋ ਜੋ ਅਸਾਂ ਤੋਂ ਖੁੱਸ ਚੁੱਕਾ ਹੈ ਉਹ ਦੁਬਾਰਾ ਹਾਸਲ ਕਰਨ ਦੀ ਇੱਛਾ ਨਹੀਂ ਹੈ ਹਜ਼ੂਰ। ਬਸ ਅਮਨ ਚੈਨ ਦੇ ਨਾਲ ਦਿਨ ਕੱਟਣ ਦੇ ਖਾਸ਼ਵੰਦ ਹਾਂ। ਅਜਿਹਾ ਫਕੀਰਾਨਾ ਉੱਤਰ ਸੁਣ ਕੇ ਸੁਲਤਾਨ ਦੇ ਦਿਲ ਵਿੱਚ ਹੋਰ ਸਤਿਕਾਰ ਵੱਧ ਗਿਆ।
ਅਤੇ ਉਹਨਾਂ ਨੂੰ ਕੋਠੇਵਾਲ ਰਿਹਾਇਸ਼ ਦੇ ਕੇ ਕਾਜੀ ਯਾਨੀ ਕਿ ਜੱਜ ਨਿਯੁਕਤ ਕਰ ਦਿੱਤਾ ਗਿਆ। ਕਾਜੀ ਜੀ ਦੇ 3 ਬੇਟੇ ਸਨ। ਵੱਡਾ ਇਜ਼ੁਦੀਨ ਮਹਿਮੂਦ ਸੀ, ਵਿਚਕਾਰਲਾ ਜਮਾਲੂਦੀਨ ਸੁਲੇਮਾਨ ਅਤੇ ਛੋਟਾ ਨਜੀਬੁਦੀਨ ਮੁਹੰਮਦ ਸੀ। ਬਾਬਾ ਫਰੀਦ ਵਿਚਕਾਰਲੇ ਜਮਾਲੂਦੀਨ ਦੇ ਬੇਟੇ ਸਨ। ਮਾਂ ਦਾ ਨਾਮ ਬੀਬੀ ਕਰਸੁਮ ਸੀ। ਦਾਦਾ ਸ਼ੁਆਇਬ ਕਾਬਲ ਦੇ ਬਾਦਸ਼ਾਹ ਫਰੂਖ ਸ਼ਾਹ ਦਾ ਬੜਾ ਕਰੀਬੀ ਸੀ। ਸੁਲਤਾਨ ਸ਼ਹਾਬੂਦੀਨ ਗੌਰੀ ਜਮਾਲੂਦੀਨ ਦਾ ਮਾਮਾ ਸੀ। ਦਿੱਲੀ ਦੇ ਸੁਲਤਾਨ ਗੌਰੀ ਦਾ ਸਮਾਂ 1175 ਈਸਵੀ ਤੋਂ 1265 ਈਸਵੀ ਤੱਕ ਦਾ ਹੈ। ਬਾਬਾ ਫਰੀਦ ਜੀ ਦੀ ਮਾਂ ਕਰਸੁਮ ਬੜੀ ਨੇਕ ਬਖਤ ਧਰਮੀ ਬੀਬੀ ਸੀ, ਜੋ ਦਾਨ ਪੁੰਨ ਕਰਦੀ ਅਤੇ ਦੇਰ ਤੱਕ ਨਮਾਜ਼ ਪੜ੍ਹਿਆ ਕਰਦੀ ਸੀ। ਗੋਦ ਦੇ ਵਿੱਚ ਬਾਬਾ ਫਰੀਦ ਜੀ ਨੂੰ ਬਿਠਾਈ ਨਮਾਜ਼ ਦੀ ਸਮਾਪਤੀ ਕਰਦੀ ਅਤੇ ਅਰਦਾਸ ਕਰਿਆ ਕਰਦੀ, ਹੇ ਪਰਵਰਦਿਗਾਰ, ਅਸੀਂ ਉਸ ਦੇ ਹੱਕਦਾਰ ਨਹੀਂ ਸਾਂ। ਉਹ ਸਨਮਾਨ ਅਤੇ ਇੱਜ਼ਤਾਂ ਪ੍ਰਾਪਤ ਹੋਈਆਂ ਨੇ, ਅਸੀਂ ਤੇਰਾ ਕਰਜ਼ ਨਹੀਂ ਉਤਾਰ ਸਕਦੇ। ਹੇ ਮੇਰੇ ਮਾਲਕ, ਫਰੀਦ ਨੂੰ ਇੰਨਾ ਕਾਬਲ ਬਣਾ ਕਿ ਇਹ ਤੇਰਾ ਕਰਜ਼ ਬੰਦਗੀ ਰਾਹੀਂ ਉਤਾਰੇ। ਬੀਬੀ ਕਰਸੁਮ ਦੀ ਸ਼ਖਸੀਅਤ ਦੇ ਨਾਲ ਕਈ ਕਰਾਮਾਤੀ ਸਾਖੀਆਂ ਵੀ ਮੁਨਸਲਿਕ ਨੇ। ਇੱਕ ਵਾਰ ਰਾਤ ਨੂੰ ਚੋਰ ਚੋਰੀ ਕਰਨ ਦੇ ਲਈ ਘਰ ਦੇ ਅੰਦਰ ਦਾਖਲ ਹੋਇਆ ਤਾਂ ਦੱਸਿਆ ਜਾਂਦਾ ਹੈ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਬਾਹਰ ਜਾਣ ਦਾ ਰਾਹ ਨਾ ਲੱਭੇ। ਬੀਬੀ ਕਰਸੁਮ ਨੇ ਕਿਹਾ ਕਿ ਵਾਅਦਾ ਕਰ ਕਿ ਅੱਗੇ ਤੋਂ ਨੇਕ ਚੱਲਣੀ ਦੇ ਨਾਲ ਦਿਨ ਬਤੀਤ ਕਰਿਆ ਕਰੇਗਾ। ਦੱਸਿਆ ਜਾਂਦਾ ਹੈ ਕਿ ਵਾਅਦਾ ਕਰਨ ਤੇ ਚੋਰ ਦੀ ਨਜ਼ਰ ਪਰਤ ਆਈ ਸੀ। ਇੱਕ ਵਾਰ ਦਿੱਲੀ ਜਾਂਦਿਆਂ ਹੋਇਆਂ ਪ੍ਰਸਿੱਧ ਫਕੀਰ ਸ਼ੇਖ ਜਲਾਲੂਦੀਨ ਤਬਰੇਜ਼ੀ ਕੋਠੇਵਾਲ ਦੇ ਵਿੱਚੋਂ ਦੀ ਲੰਘਿਆ। ਇਹ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦਾ ਮਿੱਤਰ ਸੀ। ਉਸਨੇ ਪੁੱਛਿਆ ਕਿ ਇੱਥੇ ਕੋਈ ਪੁੱਜਿਆ ਹੋਇਆ ਦਰਵੇਸ਼ ਵੀ ਹੈ? ਲੋਕਾਂ ਨੇ ਕਿਹਾ, ਨਹੀਂ ਜੀ, ਅਜਿਹਾ ਇੱਥੇ ਕੋਈ ਨਹੀਂ ਹੈ। ਹਾਂ, ਇੱਕ ਕਾਜੀ ਬੱਚਾ ਹੈ ਜਿਸ ਨੂੰ ਲੋਕ ਪਾਗਲ ਆਖਦੇ ਨੇ। ਉਹ ਘਰ ਅਤੇ ਮਸਜਿਦ ਦੇ ਵਿੱਚ ਹਰ ਵੇਲੇ ਨਮਾਜ਼ ਪੜ੍ਹਦਾ ਰਹਿੰਦਾ ਹੈ। ਜਲਾਲੂਦੀਨ ਫਰੀਦ ਜੀ ਦੇ ਕੋਲ ਗਏ, ਆਪਣੇ ਚੋਲੇ ਵਿੱਚੋਂ ਅਨਾਰ ਕੱਢ ਕੇ ਤੋੜਿਆ ਅਤੇ ਫਰੀਦ ਜੀ ਨੂੰ ਦੇਣਾ ਚਾਹਿਆ। ਬਾਬਾ ਫਰੀਦ ਨੇ ਕਿਹਾ, ਜੀ ਮੈਂ ਰੋਜ਼ੇ ਰੱਖੇ ਹੋਏ ਨੇ, ਇਸ ਕਰਕੇ ਨਹੀਂ ਖਾ ਸਕਦਾ। ਫਕੀਰ ਚਲਾ ਗਿਆ। ਜਦੋਂ ਅਨਾਰ ਤੋੜਿਆ ਗਿਆ, ਇੱਕ ਦਾਣਾ ਤਿੜਕ ਕੇ ਜ਼ਮੀਨ ਉੱਪਰ ਡਿੱਗਾ। ਇਹ ਦਾਣਾ ਚੁੱਕ ਕੇ ਫਰੀਦ ਜੀ ਨੇ ਰੁਮਾਲ ਦੀ ਕੰਨੀ ਵਿੱਚ ਬੰਨ੍ਹ ਲਿਆ ਤਾਂ ਕਿ ਸ਼ਾਮੀ ਰੋਜ਼ਾ ਇਸੇ ਨਾਲ ਖੋਲ੍ਹਿਆ ਜਾਵੇਗਾ। ਦਿਨ ਛਿਪਣ ਤੋਂ ਬਾਅਦ ਇਹ ਦਾਣਾ ਮੂੰਹ ਵਿੱਚ ਪਾਇਆ ਤਾਂ ਵਿਸਮਾਦ ਦੀ ਅਵਸਥਾ ਦੇ ਵਿੱਚ ਆ ਗਏ। ਪਿੱਛੋਂ ਦੇਰ ਤੱਕ ਇਸ ਗੱਲ ਦਾ ਪਛਤਾਵਾ ਕਰਦੇ ਰਹੇ ਕਿ ਇਹ ਸਾਰਾ ਅਨਾਰ ਕਿਉਂ ਨਾ ਹਾਸਲ ਕੀਤਾ। ਇੱਕ ਦਾਣੇ ਵਿੱਚ ਇੰਨੀ ਕਰਾਮਾਤ ਹੈ ਤਾਂ ਪੂਰੇ ਅਨਾਰ ਨੇ ਕਿੰਨੇ ਜਲਵੇ ਦਿਖਾਉਣੇ ਸਨ, ਕੀ ਪਤਾ ਹੈ। ਪਰ ਕਈ ਸਾਲਾਂ ਬਾਅਦ ਜਦੋਂ ਸਾਈਂ ਬਖਤਿਆਰ ਕਾਕੀ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਤਾਂ ਇਹ ਪ੍ਰਸ਼ਨ ਉਹਨਾਂ ਨੂੰ ਪੁੱਛਿਆ। ਸਾਈਂ ਜੀ ਨੇ ਫਰਮਾਇਆ, ਫਰੀਦੁਦੀਨ, ਹੁਣ ਤੱਕ ਲੱਖਾਂ ਰੁੱਤਾਂ ਆਈਆਂ ਅਤੇ ਲੱਖਾਂ ਗਈਆਂ। ਇਹਨਾਂ ਵਿੱਚੋਂ ਕੋਈ ਰੁੱਤ ਕਰਮਾਂ ਵਾਲੀ ਹੁੰਦੀ ਹੈ। ਹਰੇਕ ਰੁੱਤ ਦੇ ਵਿੱਚ ਲੱਖਾਂ ਅਨਾਰ ਪੱਕਦੇ ਨੇ, ਪਰ ਕੋਈ ਅਨਾਰ ਕਰਮਾਂ ਵਾਲਾ ਹੁੰਦਾ ਹੈ। ਇੱਕ ਅਨਾਰ ਵਿੱਚ ਕਿੰਨੇ ਦਾਣੇ ਹੁੰਦੇ ਨੇ? ਸਾਰੇ ਨਹੀਂ। ਕੋਈ ਦਾਣਾ ਹੁੰਦਾ ਹੈ ਅਜਿਹਾ ਜਿਹੜਾ ਭਾਗਾਂ ਵਾਲਾ ਹੁੰਦਾ ਹੈ ਅਤੇ ਉਹ ਤੇਰੇ ਹਿੱਸੇ ਆਇਆ ਹੈ ਕਿਉਂਕਿ ਤੂੰ ਕਰਮਾਂ ਵਾਲਾ ਹੈ। ਬਾਕੀ ਦੇ ਅਨਾਰ ਵਿੱਚ ਕੁਝ ਨਹੀਂ ਸੀ। ਜਿਸ ਦਾਣੇ ਉੱਪਰ ਤੇਰਾ ਹੱਕ ਸੀ, ਤੇਰੇ ਵਾਸਤੇ ਬਣਿਆ ਸੀ, ਉਹ ਚੱਲ ਕੇ ਆਪਣੇ ਆਪ ਤੇਰੇ ਕੋਲ ਪੁੱਜਾ ਹੈ। ਕਿਸੇ ਹੋਰ ਨੂੰ ਉਹ ਹਾਸਲ ਨਹੀਂ ਹੋਇਆ। ਬੰਦਗੀ ਦੇ ਕਾਰਨ ਬਾਬਾ ਫਰੀਦ ਜੀ ਦੀ ਚੜ੍ਹਦੀ ਜਵਾਨੀ ਵਿੱਚ ਹੀ ਸ਼ੋਹਰਤ ਦੂਰ ਤੱਕ ਫੈਲਣ ਲੱਗੀ ਸੀ। ਨਾ ਕਿਸੇ ਨੂੰ ਮਿਲਦੇ ਸਨ, ਨਾ ਹੀ ਕੋਠੀਵਾਲ ਦੇ ਵਿੱਚੋਂ ਬਾਹਰ ਜਾਇਆ ਕਰਦੇ ਸਨ। ਤਦ ਵੀ ਮੁਲਤਾਨ ਦੇ ਸੋਹਰਾਵਰਦੀ ਸਿਲਸਿਲੇ ਦੇ ਫਕੀਰ ਸ਼ੇਖ ਬਹਾਉਦੀਨ ਜ਼ਕਰੀਆ ਨੇ ਸੁਨੇਹਾ ਭੇਜਿਆ ਕਿ ਮੈਂ ਆਪ ਦੇ ਦਰਸ਼ਨਾਂ ਦਾ ਅਭਿਲਾਖੀ ਹਾਂ। ਸਾਈਂ ਬਖਤਿਆਰ ਕਾਕੀ ਇੱਧਰ ਦੀ ਲੰਘੇ ਤਾਂ ਆਪ ਨੇ ਚਰਨ ਛੋਹ ਕੇ ਬੇਨਤੀ ਕੀਤੀ ਕਿ ਮੈਂ ਤੁਹਾਡੇ ਸਿਲਸਿਲੇ ਵਿੱਚ ਸ਼ਾਮਲ ਹੋਣ ਦੀ ਇੱਛੁਕ ਰੱਖਦਾ ਹਾਂ। ਸਾਈਂ ਜੀ ਨੇ ਫਰਮਾਇਆ, ਪਹਿਲਾਂ ਵਿੱਦਿਆ ਹਾਸਲ ਕਰੋ। ਜਾਹਲ ਫਕੀਰ ਸਰਕਸ ਦਾ ਮਖੌਲੀਆ ਹੋਇਆ ਕਰਦਾ ਹੈ। 18 ਸਾਲ ਦੀ ਉਮਰ ਵਿੱਚ ਸਕੂਲ ਦੀ ਵਿੱਦਿਆ ਮੁਕਾ ਕੇ ਮੁਲਤਾਨ ਸਾਈਂ ਬਖਤਿਆਰ ਕਾਕੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਏ। ਬਖਤਿਆਰ ਜੀ ਨੇ ਇੱਥੇ ਜਦੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਤਾਂ ਫਰੀਦ ਜੀ ਨੂੰ ਨਾਲ ਲੈ ਗਏ। ਉੱਥੇ ਜਾ ਕੇ ਬਕਾਇਦਗੀ ਦੇ ਨਾਲ ਬਾਬਾ ਜੀ ਨੂੰ ਚਿਸ਼ਤੀ ਸਿਲਸਿਲੇ ਵਿੱਚ ਸ਼ਾਮਲ ਕੀਤਾ। ਇਹਨਾਂ ਦਿਨਾਂ ਵਿੱਚ ਬਾਬਾ ਫਰੀਦ ਜੀ ਨੇ ਸਖਤ ਮਿਹਨਤ ਕੀਤੀ।
ਬੰਦਗੀ ਦੇ ਵਿੱਚ ਇੰਨਾ ਲੀਨ ਰਿਹਾ ਕਰਦੇ ਸਨ ਕਿ ਆਪਣੇ ਮੁਰਸ਼ਦ ਦੇ ਦਰਸ਼ਨ ਵੀ ਮਹੀਨੇ ਵਿੱਚ 1 ਜਾਂ 2 ਵਾਰ ਹੀ ਕਰਿਆ ਕਰਦੇ ਸਨ। ਸਾਈਂ ਬਖਤਾਰ ਕਾਕੀ ਜੀ ਦੇ ਮੁਰਸ਼ਦ ਖਵਾਜਾ ਮਈਨੁਦੀਨ ਚਿਸ਼ਤੀ ਦਿੱਲੀ ਜਦੋਂ ਉਹਨਾਂ ਦੇ ਕੋਲ ਆਏ ਤਾਂ ਜਵਾਨ ਬਾਬਾ ਫਰੀਦ ਨੂੰ ਦੇਖਣ ਸਾਰ ਕਿਹਾ, ਇਹ ਬਾਜ ਹੈ ਬਖਤਿਆਰ, ਜਿਸ ਨੇ ਸਵਰਗ ਤੋਂ ਉਰੇ ਕਿਧਰੇ ਵੀ ਆਪਣਾ ਆਲਣਾ ਨਹੀਂ ਬਣਾਉਣਾ, ਇਸ ਨੂੰ ਅਸੀਸ ਦੇ। ਬਖਤਿਆਰ ਨੇ ਕਿਹਾ, ਤੁਸੀਂ ਵੱਡੇ ਹੋ ਮੁਰਸ਼ਦ ਹੋ, ਤੁਹਾਡੀ ਹਾਜ਼ਰੀ ਵਿੱਚ ਮੈਂ ਅਸੀਸ ਕਿਵੇਂ ਦੇ ਸਕਦਾ? ਤਦ ਦੋਵਾਂ ਨੇ ਰਲ ਕੇ ਅਸੀਸਾਂ ਦਿੱਤੀਆਂ। ਚਿਸ਼ਤੀ ਸਿਲਸਿਲੇ ਦੇ ਵਿੱਚ ਇਹ ਕਰਾਮਾਤ ਪਹਿਲੀ ਵਾਰ ਹੋਈ ਕਿ ਇੱਕ ਮੁਰੀਦ ਨੂੰ ਮੁਰਸ਼ਦ ਅਤੇ ਮੁਰਸ਼ਦ ਦਾ ਮੁਰਸ਼ਦ ਇਕੱਠਿਆਂ ਹੀ ਵਰਦਾਨ ਮਿਲੇ ਹੋਣ। ਸਾਲ ਬਾਅਦ ਖਵਾਜਾ ਫਿਰ ਬਖਤਿਆਰ ਦੇ ਕੋਲ ਆਏ। ਬਖਤਿਆਰ ਦੇ ਸਾਰੇ ਮੁਰੀਦਾਂ ਨੂੰ ਵਾਰੋ-ਵਾਰ ਅਸੀਸਾਂ ਦਿੱਤੀਆਂ। ਫਿਰ ਪੁੱਛਿਆ, ਕੋਈ ਹੋਰ ਵੀ ਸ਼ਾਗਿਰਦ ਹੈ? ਬਖਤਿਆਰ ਨੇ ਕਿਹਾ, ਹਾਂਜੀ, ਇੱਕ ਹੈ ਫਰੀਦ, ਉਹ 40 ਹਾ ਕੱਟ ਰਿਹਾ ਹੈ। ਮਈਨੁਦੀਨ ਨੇ ਕਿਹਾ, ਚਲੋ ਦੇਖਦੇ ਹਾਂ। ਖਾਨਗਾਹ ਦਾ ਦਰਵਾਜ਼ਾ ਖੋਲ੍ਹਿਆ। ਫਰੀਦ ਸੰਜਮ ਦੇ ਨਾਲ ਖਾਣ ਪੀਣ ਅਤੇ ਨਿਰੰਤਰ ਬੰਦਗੀ ਕਰਦਾ ਕਰਦਾ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਉੱਠ ਕੇ ਸਵਾਗਤ ਕਰਨ ਲੱਗਾ ਤਾਂ ਉੱਠਿਆ ਨਾ ਗਿਆ। ਬੈਠਿਆਂ ਬੈਠਿਆਂ ਮੱਥਾ ਧਰਤੀ ਤੇ ਟਿਕਾ ਦਿੱਤਾ। ਹੰਝੂਆਂ ਦੀ ਬਰਸਾਤ ਹੋਣ ਲੱਗੀ। ਮਈਨੁਦੀਨ ਨੇ ਕਿਹਾ, ਹੋਰ ਕਿੰਨਾ ਚਿਰ ਇਸ ਗਰੀਬ ਨੂੰ ਭੱਠੀ ਵਿੱਚ ਬਾਲਣਾ ਹੈ? ਹੁਣ ਬਖਸ਼ਿਸ਼ਾਂ ਕਰੋ ਬਖਤਿਆਰ। ਬਾਬਾ ਫਰੀਦ ਜੀ ਦੀਆਂ ਸਾਖੀਆਂ ਸਾਡੇ ਕੋਲ ਸ਼ੇਖ ਨਿਜ਼ਾਮੁਦੀਨ ਰਾਹੀਂ ਹੀ ਪ੍ਰਗਟ ਹੋਈਆਂ ਨੇ। ਇਹਨਾਂ ਸਾਖੀਆਂ ਵਿੱਚੋਂ ਸਦਾਚਾਰ, ਹਲੀਮੀ, ਮਿਠਾਸ, ਸਬਰ, ਸ਼ੁਕਰ ਅਤੇ ਕਰਾਮਾਤੀ ਅੰਸ਼ ਮਿਲਦੇ ਨੇ। ਕੁਝ ਪਾਠਕ ਕਰਾਮਾਤ ਲਫ਼ਜ਼ ਪੜ੍ਹਦਿਆਂ ਤਰਬਕ ਉੱਠਦੇ ਨੇ, ਜਦੋਂ ਕਿ ਸਾਡੀ ਵਿਦਿਆ ਅਤੇ ਨਿਸ਼ਚਾ ਇਹ ਕਹਿੰਦਾ ਹੈ ਕਿ ਸੰਸਾਰ ਦੇ ਵਿੱਚ ਕਰਾਮਾਤਾਂ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ। ਇੱਕ ਵਾਰ ਇੱਕ ਮੁਰੀਦ ਆਪ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਕਹਿਣ ਲੱਗਾ ਕਿ ਜੀ ਮੇਰਾ ਪਰਿਵਾਰ ਵੱਡਾ ਹੈ, 5 ਧੀਆਂ ਨੇ, ਗਰੀਬੀ ਹੈ, ਕੁਝ ਦਇਆ ਕਰੋ, ਮੇਰੀ ਇੱਕ ਧੀ ਅੰਨੀ ਹੈ। ਬਾਬਾ ਜੀ ਨੇ ਕਿਹਾ, ਜਾਓ ਸਬਰ ਕਰੋ। ਉਹ ਬੋਲਿਆ, ਤੁਹਾਡੀ ਇੱਕ ਸ਼ਾਹਜ਼ਾਦੀ ਅੰਨੀ ਹੁੰਦੀ ਫਿਰ ਤੁਹਾਨੂੰ ਪਤਾ ਲੱਗਦਾ ਕਿ ਇਹ ਦੁੱਖ ਕਿਸ ਤਰ੍ਹਾਂ ਦਾ ਹੁੰਦਾ ਹੈ। ਕਿਸੇ ਨੂੰ ਮੇਰੀ ਬਾਂਹ ਫੜਾਓ। ਇਹ ਗੱਲਾਂ ਹੋ ਰਹੀਆਂ ਸਨ ਕਿ ਸੁਲਤਾਨ ਅਲਾਉਦੀਨ ਖਿਲਜੀ ਦੀ ਸੈਨਾ ਦੇ ਵਜ਼ੀਰ ਜ਼ਫਰ ਖਾਨ ਦਾ ਪੋਤਰਾ ਦਰਬਾਰ ਵਿੱਚ ਮੱਥਾ ਟੇਕਣ ਆਇਆ। ਬਾਬਾ ਜੀ ਨੇ ਇਸ ਦੁਖੀ ਮੁਰੀਦ ਦੀ ਗੱਲ ਕੀਤੀ। ਉਸਨੇ ਕਿਹਾ, ਜੀ ਮੇਰਾ ਘਰ ਹਾਜ਼ਰ ਹੈ, ਮੈਂ ਇਸ ਪਰਿਵਾਰ ਦੀ ਖਿਦਮਤ ਕਰਾਂਗਾ। ਮੌਲਾਨਾ ਦੇ ਦਿਨ ਸੁੱਖ ਨਾਲ ਬੀਤਣ ਲੱਗੇ। ਉਧਰ ਇਸ ਸਭ ਦੇ ਚੱਲਦਿਆਂ ਹਾਂਸੀ ਤੋਂ ਸਾਈਂ ਬਖਤਿਆਰ ਕਾਕੀ ਨੇ ਆਪਣੀਆਂ ਨਿਸ਼ਾਨੀਆਂ ਦਿੱਲੀ ਬਾਬਾ ਫਰੀਦ ਜੀ ਦੇ ਕੋਲ ਭੇਜਣ ਦਾ ਹੁਕਮ ਦਿੱਤਾ, ਜਾਨੀ ਕਿ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ। ਲੋਕ ਵੱਡੀ ਗਿਣਤੀ ਦੇ ਵਿੱਚ ਦਰਸ਼ਨਾਂ ਲਈ ਆਉਣ ਲੱਗ ਪਏ। ਬੰਦਗੀ ਵਿੱਚ ਵਿਘਨ ਪੈਣ ਲੱਗਾ ਤਾਂ ਫੈਸਲਾ ਕੀਤਾ ਕਿ ਦਿੱਲੀ ਸਾਡੇ ਲਈ ਠੀਕ ਨਹੀਂ, ਹਾਂਸੀ ਚੱਲਦੇ ਹਾਂ। ਹਾਂਸੀ ਜਾ ਕੇ ਵੀ ਉਹੀ ਹਾਲ ਹੋਇਆ, ਲੋਕ ਹਟਦੇ ਹੀ ਨਹੀਂ ਸਨ। ਪਤਾ ਲੱਗਾ ਕਿ ਅਜੋਧਨ ਦੇ ਲੋਕ, ਜੋ ਹੁਣ ਪਾਕਿਸਤਾਨ ਦੇ ਵਿੱਚ ਹੈ, ਗੁਸਤਾਖ, ਰੁੱਖੇ ਅਤੇ ਨਾਸਤਕ ਕਿਸਮ ਦੇ ਨੇ, ਫਕੀਰਾਂ ਦੀ ਭੋਰਾ ਹੀ ਇੱਜ਼ਤ ਨਹੀਂ ਕਰਿਆ ਕਰਦੇ। ਫੈਸਲਾ ਹੋਇਆ ਕਿ ਅਜੋਧਨ ਚੱਲਿਆ ਜਾਵੇ। ਉੱਥੇ ਜਾ ਕੇ ਚੈਨ ਮਿਲਿਆ। ਕਹਿਣ ਲੱਗੇ, ਇਹ ਫਕੀਰਾਂ ਦੀ ਸਹੀ ਜਗ੍ਹਾ ਹੈ। ਇੱਥੇ ਇੱਕ ਵੱਡੇ ਕਰੀਰ ਹੇਠ ਆਸਣ ਜਮਾ ਲਿਆ ਅਤੇ ਬੰਦਗੀ ਕਰਨ ਲੱਗੇ। ਕਈ ਵਾਰ ਸੁਨੇਹਾ ਮਿਲਦਾ, ਜੀ ਆਪ ਜੀ ਦੀ ਪਤਨੀ ਨੇ 3 ਦਿਨ ਤੋਂ ਕੁਝ ਨਹੀਂ ਖਾਧਾ, ਜੀ ਆਪ ਜੀ ਦੇ ਫਲਾਣੇ ਸਾਹਿਬਜ਼ਾਦੇ ਨੂੰ 2 ਦਿਨਾਂ ਤੋਂ ਖਾਣ ਲਈ ਕੁਝ ਨਸੀਬ ਨਹੀਂ ਹੋਇਆ। ਆਪ ਅਡੋਲ ਬੰਦਗੀ ਵਿੱਚ ਲੀਨ ਰਹਿੰਦੇ। ਇਹਨਾਂ ਸੁਨੇਹਿਆਂ ਨਾਲ ਕੋਈ ਫਰਕ ਨਾ ਪੈਂਦਾ। ਰੱਬ ਨੇ ਬਰਕਤਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ। ਰਮਜ਼ਾਨ ਦੇ ਦਿਨਾਂ ਦੇ ਵਿੱਚ ਇੱਕ ਕਲੰਦਰ ਬਾਬਾ ਜੀ ਦੇ ਦਰਸ਼ਨ ਕਰਨ ਖਾਨਗਾਹ ਦੇ ਅੰਦਰ ਪੁੱਜਾ। ਬਾਬਾ ਜੀ ਬੰਦਗੀ ਵਿੱਚ ਲੀਨ ਸਨ। ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਹੁਕਮ ਸੀ ਕਿ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦੇਣਾ। ਦਰਵਾਜ਼ੇ ਉੱਤੇ ਦਸਤਕ ਨਹੀਂ ਦੇਣ ਦੇਣੀ। ਝੌਂਪੜੀ ਦੇ ਬਾਹਰ ਚਟਾਈ ਵਿਛੀ ਪਈ ਸੀ, ਜਿਸ ਨੂੰ ਮੁਸੱਲਾ ਵੀ ਕਿਹਾ ਜਾਂਦਾ ਹੈ। ਉਸ ਦੇ ਉੱਤੇ ਬੈਠ ਕੇ ਬਾਬਾ ਜੀ ਬੰਦਗੀ ਕਰਿਆ ਕਰਦੇ ਸਨ। ਕਲੰਦਰ ਉਸ ਦੇ ਉੱਤੇ ਬੈਠ ਗਿਆ। ਬੇਸ਼ੱਕ ਇੱਕ ਗੁਸਤਾਖੀ ਸੀ, ਪਰ ਉਸ ਵਕਤ ਡਿਊਟੀ ਤੇ ਹਾਜ਼ਰ ਸ਼ੇਖ ਬਦਰੁਦੀਨ ਇਸਹਾਕ ਨੇ ਬੇਅਦਬੀ ਦੇ ਡਰੋਂ ਕੁਝ ਨਾ ਕਿਹਾ। ਕਲੰਦਰ ਨੂੰ ਖਾਣਾ ਖਵਾਇਆ। ਫਿਰ ਉਸਨੇ ਚੋਲੇ ਵਿੱਚ ਭੰਗ ਕੱਢੀ ਅਤੇ ਠੂਠੇ ਵਿੱਚ ਘੋਟਣ ਲੱਗ ਪਿਆ। ਛਿੱਕੇ ਪਾਕ ਮੁਸੱਲੇ ਉੱਪਰ ਡਿੱਗਣ ਲੱਗੇ। ਇਸਹਾਕ ਨੇ ਇਸ ਹਰਕਤ ਦਾ ਬੁਰਾ ਮਨਾਇਆ ਤਾਂ ਕਲੰਦਰ ਗੁੱਸੇ ਵਿੱਚ ਆ ਗਿਆ ਅਤੇ ਉਸ ਨੂੰ ਮਾਰਨ ਲਈ
ਇਹੋ ਠੂਠਾ ਚੁੱਕ ਦੌੜਿਆ। ਇੰਨੇ ਨੂੰ ਬਾਬਾ ਫਰੀਦ ਕੋਠੜੀ ਵਿੱਚੋਂ ਬਾਹਰ ਆ ਗਏ ਅਤੇ ਕਲੰਦਰ ਦਾ ਹੱਥ ਫੜ ਕੇ ਕਹਿਣ ਲੱਗੇ, ਮੇਰੀ ਅਰਜ਼ ਮੰਨ ਕੇ ਬਖਸ਼ ਦੇ। ਕਲੰਦਰ ਨੇ ਕਿਹਾ, ਦਰਵੇਸ਼ ਹੱਥ ਚੁੱਕਿਆ ਤਾਂ ਨਹੀਂ ਕਰਦੇ, ਪਰ ਚੁੱਕ ਲੈਣ ਤਾਂ ਵਾਰ ਕਰਨਾ ਲਾਜ਼ਮੀ ਹੈ। ਬਾਬਾ ਜੀ ਨੇ ਕਿਹਾ, ਕੰਧ ਤੇ ਮਾਰ। ਕਲੰਦਰ ਨੇ ਕੰਧ ਤੇ ਠੂਠਾ ਮਾਰਿਆ ਤਾਂ ਕੰਧ ਟਹਿ ਢੇਰੀ ਹੋ ਗਈ, ਜਿਸ ਦੇ ਉੱਪਰ ਵਧੀਕ ਮਿਹਰਬਾਨ ਹੁੰਦੇ ਬਾਬਾ ਫਰੀਦ ਉਸ ਨੂੰ ਅਸੀਸ ਦਿਆ ਕਰਦੇ ਸਨ। ਰੱਬ ਤੇਰੇ ਦਿਲ ਵਿੱਚ ਦਰਦ ਪੈਦਾ ਕਰੇ। ਆਏ ਮੁਰੀਦਾਂ ਦੀਆਂ ਤਕਲੀਫਾਂ ਦੁੱਖ ਸੁਣਦਿਆਂ ਉਹਨਾਂ ਦੀਆਂ ਅੱਖਾਂ ਭਿੱਜੀਆਂ ਰਹਿੰਦੀਆਂ ਸਨ। ਕਿਆ ਕਰਦੇ ਸਨ? ਅੱਲਾ ਦਾ ਨਾਮ ਲਵੋ, ਬੰਦਗੀ ਕਰੋ, ਭਰੋਸਾ ਰੱਖੋ, ਮਾਲਕ ਮਦਦਗਾਰ ਹੈ। ਉਹਨਾਂ ਦਾ ਪਿਆਰਾ ਮੁਰੀਦ ਮੁਹੰਮਦ ਸ਼ਾਹ ਆਇਆ। ਬਾਬਾ ਜੀ ਨੇ ਪੁੱਛਿਆ, ਇੰਨਾ ਉਦਾਸ, ਇੰਨਾ ਦੁਖੀ ਕਿਉਂ ਹੈ? ਮੁਹੰਮਦ ਨੇ ਕਿਹਾ, ਜਦੋਂ ਮੈਂ ਪਰਿਵਾਰ ਛੱਡ ਕੇ ਆਪ ਦੇ ਕੋਲ ਆਇਆ ਸੀ, ਘਰ ਮੇਰਾ ਬਿਮਾਰ ਭਰਾ ਮਰਨ ਕਿਨਾਰੇ ਸੀ। ਹੁਣ ਤੱਕ ਤਾਂ ਉਹ ਜਹਾਨ ਵਿੱਚੋਂ ਤੁਰ ਵੀ ਚੁੱਕਾ ਹੋਵੇਗਾ। ਬਾਬਾ ਫਰੀਦ ਜੀ ਨੇ ਬੜੇ ਪਿਆਰ ਨਾਲ ਫਰਮਾਇਆ ਕਿ ਜਿਹੜੀ ਤੇਰੀ ਇਸ ਵਕਤ ਹੈ, ਮੇਰੀ ਸਾਰੀ ਉਮਰ ਇਹੋ ਹਾਲਤ ਰਹੀ ਹੈ। ਬਸ ਮੈਂ ਕਿਸੇ ਨੂੰ ਦੱਸੀ ਨਹੀਂ ਇਹ ਗੱਲ ਕਦੇ। ਅਜੋਦਨ ਦੇ ਵਿੱਚ ਦੋ ਭਰਾ ਮੁੰਸ਼ੀ ਸਨ। ਇੱਕ ਦੇ ਮਨ ਵਿੱਚ ਅਜਿਹਾ ਵੈਰਾਗ ਪੈਦਾ ਹੋਇਆ ਕਿ ਨੌਕਰੀ ਛੱਡ ਕੇ ਬਾਬਾ ਜੀ ਦਾ ਮੁਰੀਦ ਹੋ ਗਿਆ। ਘਰ-ਬਾਰ, ਪਰਿਵਾਰ, ਜਾਇਦਾਦ ਆਪਣੇ ਭਰਾ ਦੇ ਸਪੁਰਦ ਕਰ ਦਿੱਤੇ। ਭਾਣਾ ਵਾਪਰਿਆ, ਦੁਨੀਆਦਾਰ ਭਰਾ ਬਿਮਾਰ ਹੋ ਗਿਆ। ਤਕਲੀਫ ਇੰਨੀ ਕਿ ਬਚਣ ਦੀ ਕੋਈ ਉਮੀਦ ਨਾ ਰਹੀ। ਫਕੀਰ ਭਰਾ ਦੌੜਦਾ ਹੋਇਆ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਆ ਕੇ ਵਿਰਲਾਪ ਕਰਨ ਲੱਗਾ ਕਿ ਜੇ ਮੇਰੇ ਭਰਾ ਨੂੰ ਕੁਝ ਹੋ ਗਿਆ ਤਾਂ ਮੈਂ ਕਾਸੇ ਜੋਗਾ ਨਹੀਂ ਰਵਾਂਗਾ। ਬਾਬਾ ਜੀ ਨੇ ਨੇੜੇ ਬੁਲਾਇਆ ਅਤੇ ਕਿਹਾ ਕਿ ਤੇਰਾ ਭਰਾ ਠੀਕ ਹੈ, ਜਾ। ਘਰ ਜਾ ਕੇ ਉਸਨੇ ਦੇਖਿਆ ਕਿ ਭਰਾ ਠੀਕ ਠਾਕ ਹੋ ਚੁੱਕਾ ਸੀ। ਸ਼ੁਕਰਾਨਾ ਕਰਨ ਦੁਬਾਰਾ ਬਾਬਾ ਜੀ ਦੀ ਖਾਨਗਾਹ ਤੇ ਗਿਆ ਤਾਂ ਬਾਬਾ ਜੀ ਨੇ ਫਰਮਾਇਆ, ਭਰੋਸਾ ਰੱਖਿਆ ਕਰੋ, ਦੁੱਖਾਂ ਤਕਲੀਫਾਂ ਆ ਵੀ ਜਾਣ ਤਾਂ ਕੁਰਲਾਈ ਦਾ ਨਹੀਂ ਹੁੰਦਾ। ਕੀ ਸਾਡੇ ਉੱਪਰ ਕਦੀ ਕੋਈ ਵਿਪਤਾ ਨਹੀਂ ਆਈ? ਅਸੀਂ ਹੌਕਾ ਤੱਕ ਨਹੀਂ ਲੈਂਦੇ। ਸਬਰ ਅਤੇ ਸ਼ੁਕਰ ਕਰਨ ਦੀ ਆਦਤ ਪਾਓ। ਖੁਸ਼ੀ ਦੇ ਮੌਕੇ ਕਿਉਂ, ਦੁੱਖ ਦੇ ਮੌਕੇ ਵੀ ਸ਼ੁਕਰਾਨਾ ਕਰਨਾ ਚਾਹੀਦਾ। ਉਹ ਜੋ ਵੀ ਭੇਜੇ ਉਸ ਦਾ ਸਵਾਗਤ ਕਰੋ। ਇੱਕ ਵਾਰ ਬਾਬਾ ਸ਼ੇਖ ਫਰੀਦ ਦੇ ਮੁਰੀਦ ਰਾਤੀ ਸੁੱਤੇ ਪਏ ਸਨ। ਬਾਬਾ ਜੀ ਸਿਮਰਨ ਕਰਦੇ ਟਹਿਲ ਰਹੇ ਸਨ। ਨੀਂਦ ਅਜੇ ਦੂਰ ਸੀ। ਉਹਨਾਂ ਦਾ ਸਭ ਤੋਂ ਛੋਟਾ ਬੇਟਾ ਨਿਜ਼ਾਮੁਦੀਨ ਸੀ, ਜਿਸ ਨੂੰ ਬੜਾ ਲਾਡ ਕਰਿਆ ਕਰਦੇ ਸਨ। ਇਸ ਲਾਡ ਸਦਕਾ ਉਹ ਕਈ ਵਾਰ ਗੁਸਤਾਖ ਵੀ ਹੋ ਜਾਂਦਾ ਸੀ, ਪਰ ਬਾਬਾ ਜੀ ਨਜ਼ਰਅੰਦਾਜ਼ ਕਰ ਦਿੰਦੇ ਸਨ। ਤਕਰੀਬਨ ਅੱਧੀ ਰਾਤ ਦਾ ਵਕਤ ਸੀ। ਬਾਬਾ ਜੀ ਆਪਣੇ ਬੇਟੇ ਦੇ ਨਜ਼ਦੀਕ ਗਏ ਅਤੇ ਆਵਾਜ਼ ਮਾਰੀ, ਨਿਜ਼ਾਮ। ਨਿਜ਼ਾਮ ਸੁੱਤਾ ਰਿਹਾ, ਪਰ ਸ਼ੇਖ ਨਿਜ਼ਾਮੁਦੀਨ ਤੁਰੰਤ ਖੜੇ ਹੋ ਗਏ ਅਤੇ ਨਿਮਰਤਾ ਨਾਲ ਝੁੱਕ ਕੇ ਕਿਹਾ, ਹੁਕਮ ਹਜ਼ੂਰ। ਬਾਬਾ ਜੀ ਨੇ ਕਿਹਾ, ਨਹੀਂ ਭਾਈ, ਤੁਹਾਨੂੰ ਨਹੀਂ, ਮੈਂ ਇਸ ਨਿਜ਼ਾਮ ਨੂੰ ਆਵਾਜ਼ ਮਾਰੀ ਹੈ। ਫਿਰ ਟਹਿਲਦੇ ਰਹੇ। ਅੱਧੇ ਪਹਿਰ ਬਾਅਦ ਫਿਰ ਆਵਾਜ਼ ਮਾਰੀ, ਨਿਜ਼ਾਮੁਦੀਨ। ਇਸ ਵਾਰ ਵੀ ਉਹਨਾਂ ਦਾ ਬੇਟਾ ਸੁੱਤਾ ਰਿਹਾ ਅਤੇ ਸ਼ੇਖ ਨਿਜ਼ਾਮੁਦੀਨ ਖਲੋ ਗਿਆ। ਅਦਬ ਦੇ ਨਾਲ ਕਿਹਾ, ਮਾਲਕ ਕੀ ਆਗਿਆ ਹੈ? ਬਾਬਾ ਜੀ ਨੇ ਕਿਹਾ, ਨਹੀਂ ਹੋ ਭਾਈ, ਤੁਸੀਂ ਆਰਾਮ ਕਰੋ। ਸ਼ੇਖ ਨਿਜ਼ਾਮੁਦੀਨ ਨੇ ਕਿਹਾ, ਬਾਬਾ ਜੀ ਕੋਈ ਕੰਮ ਆਖਣਾ ਹੈ ਤੁਸੀਂ? ਨਿਜ਼ਾਮ ਨੂੰ ਕਾਸ ਲਈ ਉਠਾਉਣਾ ਹੈ? ਮੈਨੂੰ ਹੁਕਮ ਕਰੋ, ਮੈਂ ਕਰਦਾ ਹਾਂ। ਬਾਬਾ ਜੀ ਨੇ ਕਿਹਾ, ਨਹੀਂ, ਕੋਈ ਗਮ ਨਹੀਂ, ਤੁਸੀਂ ਸੌ ਜਾਓ। ਫਿਰ ਟਹਿਲਦੇ ਰਹੇ। ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਆਪਣੇ ਬੇਟੇ ਨਿਜ਼ਾਮ ਦੇ ਨਜ਼ਦੀਕ ਗਏ ਅਤੇ ਕਿਹਾ, ਨਿਜ਼ਾਮੁਦੀਨ। ਉਹ ਸੁੱਤਾ ਨਾ ਜਾਗਿਆ। ਹਜ਼ਰਤ ਨਿਜ਼ਾਮੁਦੀਨ ਨੇ ਹੱਥ ਜੋੜ ਕੇ ਕਿਹਾ, ਹੁਕਮ ਮਾਲਕ। ਬਾਬਾ ਜੀ ਮੁਸਕਰਾਏ ਅਤੇ ਫਰਮਾਇਆ, ਜਿਸ ਨੂੰ ਕੁਝ ਦੇਣ ਦਾ ਮਨ ਸੀ, ਉਹ ਲੈਣ ਦਾ ਇਸ਼ੂਕ ਹੀ ਨਹੀਂ। ਇੱਕ ਤੂੰ ਹੈ ਜੋ ਖੋ ਰਿਹਾ ਹੈ ਜਬਰਨ। ਠੀਕ ਹੈ ਫਿਰ, ਪਰਵਰਦਿਗਾਰ ਨੂੰ ਜੇ ਇਵੇਂ ਹੀ ਮਨਜ਼ੂਰ ਹੈ ਤਾਂ ਇਹੀ ਸਹੀ। ਇਹ ਆਖ ਕੇ ਸ਼ੇਖ ਨਿਜ਼ਾਮੁਦੀਨ ਦੇ ਸਿਰ ਤੇ ਹੱਥ ਰੱਖਿਆ ਅਤੇ ਬਖਸ਼ਿਸ਼ਾਂ ਦੀ ਬਰਸਾਤ ਕਰ ਦਿੱਤੀ। ਇੱਕ ਹੋਰ ਦਿਨ ਇਸ ਤਰ੍ਹਾਂ ਵੀ ਹੋਇਆ ਕਿ ਬਦਰੁਦੀਨ ਇਸਹਾਕ ਬਾਬਾ ਜੀ ਦਾ ਨਿੱਜੀ ਟਹਿਲੀਆ ਸੀ, ਮਤਲਬ ਗੜਵਈਆ ਸੀ। ਉਹ ਕਿਸੇ ਦੂਸਰੇ ਪਿੰਡ ਗਿਆ ਹੋਇਆ ਸੀ। ਉਸ ਦੀ ਥਾਂ ਸ਼ੇਖ ਨਿਜ਼ਾਮੁਦੀਨ ਨੇ ਡਿਊਟੀ ਸੰਭਾਲ ਲਈ। ਇਸਹਾਕ ਦੱਸ ਕੇ ਗਿਆ ਸੀ ਕਿ ਦਰਵਾਜ਼ੇ ਦੇ ਬਾਹਰ ਬੈਠੀਦਾ ਹੈ। ਬਾਬਾ ਜੀ ਆਵਾਜ਼ ਮਾਰਨ ਤਾਂ ਹਾਜ਼ਰ ਹੋ ਜਾਓ। ਕੋਈ ਮਿਲ ਨਾ ਵੇ ਤਾਂ ਬੈਠਣ ਲਈ ਕਹੋ। ਅੰਦਰ ਝਾਤ ਮਾਰਦੇ ਰਿਹਾ ਕਰੋ। ਜੇ ਬਾਬਾ ਜੀ ਟਹਿਲਣ ਲੱਗ ਜਾਣ ਤਾਂ ਅੰਦਰ ਖਬਰ ਦੇ ਦਿਓ ਕਿ ਫਲਾਣਾ ਮਿਲਣ ਆਇਆ ਹੈ। ਸ਼ੇਖ ਨਿਜ਼ਾਮੁਦੀਨ ਪਹਿਰੇ ਤੇ ਬੈਠਾ ਸੀ। ਅੰਦਰੋਂ ਬਾਬਾ ਜੀ ਦੇ ਗੁਣ ਗਾਉਣ ਦੀ ਆਵਾਜ਼ ਸੁਣੀ। ਝਾਤ ਮਾਰੀ,
ਬਾਬਾ ਜੀ ਬਹੁਤ ਪ੍ਰਸੰਨ ਵਿਸਮਾਦਿਕ ਅਵਸਥਾ ਦੇ ਵਿੱਚ ਗੁਣਗਾਨ ਕਰ ਰਹੇ ਸਨ। ਨਿਜ਼ਾਮੂਦੀਨ ਨੇ ਸੋਚਿਆ ਹੁਣ ਅੰਦਰ ਜਾਣ ਦਾ ਵੇਲਾ ਹੈ, ਹੁਣ ਰਹਿਮਤਾਂ ਦੇ ਦਰ ਖੁੱਲਣਗੇ। ਫਿਰ ਸੋਚਣ ਲੱਗਾ ਕਿਤੇ ਨਾਰਾਜ਼ ਹੀ ਨਾ ਹੋ ਜਾਣ, ਜਾਵਾਂ ਤਾਂ ਕੀ ਪਤਾ ਬਰਕਤਾਂ ਝੋਲੀ ਵਿੱਚ ਪੈ ਜਾਣ, ਪਰ ਜੇ ਗੁਸਤਾਖੀ ਸਮਝ ਲਈ ਤਾਂ ਖਿਮਾ ਮੰਗ ਲਵਾਂਗਾ। ਮਿਹਰਬਾਨ ਤਾਂ ਉਹ ਹਨ ਹੀ, ਬਖਸ਼ ਦੇਣਗੇ। ਸਹਿਜੇ ਸਹਿਜੇ ਉਹਨਾਂ ਦੇ ਨਜ਼ਦੀਕ ਚਲਾ ਗਿਆ। ਬਾਬਾ ਫਰੀਦ ਪੱਛਮ ਦੇ ਵੱਲ ਕਾਬੇ ਵੱਲ ਮੂੰਹ ਕਰਕੇ ਉੱਪਰਲੇ ਸ਼ੇਰ ਗੁਣਗਾਨ ਕਰ ਰਹੇ ਸਨ। ਬਾਬਾ ਜੀ ਦੀ ਨਜ਼ਰ ਨਿਜ਼ਾਮੂਦੀਨ ਉੱਤੇ ਪਈ ਤਾਂ ਫਰਮਾਇਆ, ਵੇਲੇ ਸਿਰ ਆਇਆ, ਜੋ ਤੇਰੇ ਦਿਲ ਵਿੱਚ ਹੈ ਮੰਗ ਲੈ। ਨਿਜ਼ਾਮੂਦੀਨ ਨੇ ਕਿਹਾ, ਮਿਹਰਬਾਨ ਹੋਏ ਹੋ ਬਾਬਾ ਜੀ, ਤਾਂ ਤਾਕਤ ਦਿਓ ਕਿ ਮੈਂ ਦੀਨ ਦੇ ਰਸਤੇ ਤੋਂ ਕਦੀ ਨਾ ਭਟਕਾਂ। ਬਾਬਾ ਜੀ ਨੇ ਅਸੀਸ ਦਿੱਤੀ, ਇਹੋ ਹੋਏਗਾ ਨਿਜ਼ਾਮੂਦੀਨ, ਇਹੋ ਹੋਏਗਾ। ਧਰੂ ਤਾਰੇ ਦੇ ਵਾਂਗ ਤੂੰ ਅਡੋਲ ਰਹੇਗਾ। ਇਸ ਘਟਨਾ ਦੇ ਬਾਬਤ ਦੱਸਦਿਆਂ ਪਿੱਛੋਂ ਹਜ਼ਰਤ ਨਿਜ਼ਾਮੂਦੀਨ ਆਪਣੇ ਮੁਰੀਦਾਂ ਨੂੰ ਕਿਹਾ ਕਰਦੇ ਸਨ ਕਿ ਕਈ ਵਾਰ ਮੇਰੇ ਮਨ ਵਿੱਚ ਖਿਆਲ ਆਇਆ ਕਰਦਾ ਹੈ ਕਿ ਮੈਂ ਉਸ ਸਮੇਂ ਬਾਬਾ ਜੀ ਅੱਗੇ ਇਹ ਅਰਜ਼ ਕਿਉਂ ਨਾ ਕਰ ਦਿੱਤੀ ਕਿ ਮੇਰੇ ਆਖਰੀ ਸਾਹ ਕੀਰਤਨ ਕਰਦਿਆਂ ਚਲੇ ਜਾਣ। ਪਰ ਜੋ ਵੱਡੀ ਅਦਾਲਤ ਨੇ ਕਰਨਾ ਹੁੰਦਾ ਹੈ, ਫੈਸਲਾ ਉਹੋ ਹੀ ਹੁੰਦਾ ਹੈ ਭਾਈਓ। ਇਸ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਫਵਾਇਦੁਲ ਫਵਾਦ ਦੇ ਵਿੱਚ ਸ਼ੇਖ ਨਜ਼ੀਮੂਦੀਨ ਬਾਬਾ ਫਰੀਦ ਜੀ ਬਾਰੇ ਦੱਸਦੇ ਨੇ ਕਿ ਸ਼ੇਖ ਫਰੀਦ ਦਾ ਭਰਾ ਸ਼ੇਖ ਨਜ਼ੀਬੂਦੀਨ ਮਸਜਿਦ ਦੇ ਵਿੱਚ ਉਚੇਰੀ ਵਿੱਦਿਆ ਪ੍ਰਾਪਤ ਕਰਨ ਗਿਆ ਤਾਂ ਉਸਤਾਦ ਨੇ ਪੁੱਛਿਆ, ਨਜ਼ੀਬੂਦੀਨ ਮਤਵੱਕਲ ਮਤਲਬ ਈਮਾਨ ਵਾਲਾ ਤੂੰ ਹੀ ਹੈ? ਉਸਨੇ ਉੱਤਰ ਦਿੱਤਾ, ਮੈਂ ਤਾਂ ਜੀ ਮਤਅੱਕਲ ਪੇਟੂ ਹਾਂ, ਮਤਵੱਕਲ ਕੋਈ ਹੋਰ ਹੋਵੇਗਾ। ਫਿਰ ਪੁੱਛਿਆ ਗਿਆ, ਇਸਲਾਮ ਦੇ ਸ਼ੇਖ ਫਰੀਦੁਦੀਨ ਦਾ ਭਰਾ ਹੈ ਨਾ ਤੂੰ? ਨਜ਼ੀਬ ਨੇ ਉੱਤਰ ਦਿੱਤਾ, ਦੁਨੀਆ ਵਾਸਤੇ ਤਾਂ ਇਹੋ ਗੱਲ ਹੈ ਸੱਚ, ਪਰ ਅਸਲ ਦੇ ਵਿੱਚ ਉਹਨਾਂ ਦਾ ਭਰਾ ਹੋਣਾ ਸੁਭਾਗ ਕਿਸ ਨੂੰ ਹੈ ਕੌਣ ਜਾਣੇ। ਇੱਕ ਔਰਤ ਆਪ ਦੇ ਦਰਬਾਰ ਵਿੱਚ ਹਾਜ਼ਰ ਹੋਈ, ਬੇਅੰਤ ਦੀ ਮੰਗ ਕੀਤੀ। ਬੇਅੰਤ ਇੱਕ ਪ੍ਰਾਣ ਦਾ ਨਾਮ ਹੈ, ਮੈਂ ਦੀਨ ਦਾ ਤਾਬਿਆਦਾਰ ਰਹਾਂਗਾ। ਬਹੁਤ ਸਾਰੇ ਸੂਫੀ ਅਤੇ ਮੌਲਵੀ ਔਰਤਾਂ ਨੂੰ ਬੇਅੰਤ ਦਾ ਅਧਿਕਾਰ ਦੇ ਦਿਆ ਕਰਦੇ ਸਨ, ਪਰ ਚਿਸ਼ਤੀ ਸਿਲਸਿਲਾ ਇਹ ਵਿਤਕਰਾ ਨਹੀਂ ਕਰਿਆ ਕਰਦਾ ਸੀ। ਇੰਦਰਪ੍ਰਸਤ ਵਿੱਚ ਇੱਕ ਫਾਤਿਮਾ ਨਾਂ ਦੀ ਔਰਤ ਸੀਲ ਸੰਜਮ ਵਿੱਚ ਇੰਨੀ ਪਵਿੱਤਰ ਸੀ ਕਿ ਬਾਬਾ ਫਰੀਦ ਪ੍ਰਸੰਨ ਹੋ ਕੇ ਕਿਹਾ, ਔਰਤ ਦੇ ਜਾਮੇ ਵਿੱਚ ਇਹ ਤਾਂ ਰੱਬ ਨੇ ਮਰਦ ਭੇਜਿਆ ਹੈ। ਬਾਬਾ ਜੀ ਨੇ ਫਰਮਾਇਆ ਕਿ ਇੱਕ ਵਾਰ ਮੈਂ ਆਪਣੇ ਮੁਰਸ਼ਦ ਸਾਈਂ ਬਖਤਿਆਰ ਕਾਕੀ ਦੇ ਪਾਸ ਗਿਆ ਅਤੇ ਬੇਨਤੀ ਕਰਕੇ ਚਾਲੀਹਾ ਕੱਟਣ ਦੀ ਆਗਿਆ ਮੰਗੀ। ਆਪ ਨੇ ਕਿਹਾ, ਕੋਈ ਲੋੜ ਨਹੀਂ, ਸ਼ੋਹਰਤ ਖੱਟਣ ਵਾਸਤੇ ਲੋਕ ਚਾਲੀਹਾ ਕੱਟਦੇ ਨੇ, ਸਾਡੇ ਸਿਲਸਿਲੇ ਵਿੱਚ ਇਸ ਦਾ ਰਿਵਾਜ ਨਹੀਂ। ਮੈਂ ਕਿਹਾ, ਮੈਂ ਸ਼ੋਹਰਤ ਖੱਟਣ ਵਾਸਤੇ ਆਗਿਆ ਨਹੀਂ ਮੰਗਦਾ। ਆਪ ਚੁੱਪ ਹੋ ਗਏ, ਕੋਈ ਉੱਤਰ ਨਾ ਦਿੱਤਾ। ਮੈਨੂੰ ਹੁਣ ਤੱਕ ਇਸ ਗੱਲ ਦਾ ਪਛਤਾਵਾ ਹੈ ਕਿ ਜਦੋਂ ਉਹਨਾਂ ਇਨਕਾਰ ਕਰ ਦਿੱਤਾ ਸੀ ਤਾਂ ਮੈਂ ਦੂਜਾ ਵਾਕ ਕਿਉਂ ਕਿਹਾ, ਇਹ ਗੁਸਤਾਖੀ ਮੈਥੋਂ ਕਿਉਂ ਸਰਜ਼ਦ ਹੋਈ। ਮੁਰਸ਼ਦ ਨੇ ਇੱਕ ਦਿਨ ਮੈਨੂੰ ਕਿਹਾ ਸੀ, ਪੀਰ ਮੁਰੀਦ ਦੀ ਕੰਘੀ ਹੁੰਦਾ ਹੈ। ਇੱਕ ਵਾਰ ਆਪ ਦੀ ਸੰਗਤ ਦੇ ਵਿੱਚ ਇੱਕ ਅਜਨਬੀ ਆਇਆ, ਆਉਣ ਸਾਰ ਬਕਵਾਸ ਕਰਨ ਲੱਗਾ, ਬਾਬਾ ਜੀ ਦੇ ਸ਼ਾਨ ਦੇ ਖਿਲਾਫ ਬੋਲਦਾ ਰਿਹਾ। ਬਾਬਾ ਜੀ ਨੇ ਕੋਈ ਉਜ਼ਰ ਮਤਲਬ ਇਤਰਾਜ਼ ਨਹੀਂ ਕੀਤਾ, ਸ਼ਾਂਤ ਸੁਣਦੇ ਰਹੇ। ਆਖਰ ਉਹ ਬੰਦਾ ਇਹ ਲਫ਼ਜ਼ ਕਹਿ ਕੇ ਚਲਾ ਗਿਆ ਕਿ ਜਦੋਂ ਤੀਕ ਜਹਾਨ ਕਾਇਮ ਰਹੇਗਾ, ਮੇਰੇ ਗੁਨਾਹ ਅਤੇ ਤੁਹਾਡੀ ਦਰਿਆਦਿਲੀ ਉਦੋਂ ਤੱਕ ਕਾਇਮ ਰਹਿਣਗੇ। ਫਵਾਇਦੁਲ ਫਵਾਦ ਕਿਤਾਬ ਦੇ ਵਿੱਚ ਦੱਸਦੇ ਨੇ ਕਿ ਰੋਜ਼ਿਆਂ ਦੇ ਦਿਨਾਂ ਵਿੱਚ ਬਾਬਾ ਜੀ ਬਿਮਾਰ ਹੋ ਗਏ, ਸੋ ਰੋਜ਼ਾ ਛੱਡਣਾ ਪਿਆ। ਖਰਬੂਜ਼ਾ ਮੰਗਵਾਇਆ, ਇੱਕ ਫਾੜੀ ਮੈਨੂੰ ਫੜਾਈ। ਮੈਂ ਰੋਜ਼ਾ ਤੋੜਨ ਦਾ ਇਸ਼ੁਕ ਨਹੀਂ ਸਾਂ, ਪਰ ਮੁਰਸ਼ਦ ਦਾ ਹੁਕਮ ਵੀ ਨਾ ਮੋੜ ਸਕਿਆ। ਸੋਚਿਆ ਗੁਨਾਹ ਬਖਸ਼ਣ ਲਈ 2 ਮਹੀਨੇ ਹੋਰ ਰੋਜ਼ੇ ਰੱਖ ਲਵਾਂਗਾ, ਪਰ ਬਾਬਾ ਜੀ ਦਾ ਹੁਕਮ ਮੰਨਣਾ ਚਾਹੀਦਾ ਹੈ। ਮੈਂ ਫਾੜੀ ਖਾਣ ਹੀ ਵਾਲਾ ਸਾਂ ਕਿ ਆਪ ਨੇ ਰੋਕਦਿਆਂ ਕਿਹਾ, ਤੂੰ ਨਾ ਖਾ, ਬਿਮਾਰ ਹੋਣ ਕਰਕੇ ਮੈਨੂੰ ਤਾਂ ਖਾਣ ਦੀ ਛੋਟ ਹੈ, ਤੇਰੇ ਲਈ ਠੀਕ ਨਹੀਂ। ਮੈਂ ਸ਼ੁਕਰਾਨਾ ਕੀਤਾ। ਫਿਰ ਇੱਕ ਦਿਨ ਮੁਹੰਮਦ ਨਾਮ ਦਾ ਬੰਦਾ ਆਪ ਦੇ ਪਾਸ ਬੈਠਾ ਸੀ ਕਿ ਖਾਣੇ ਦਾ ਵਕਤ ਹੋ ਗਿਆ। ਝੌਂਪੜੀ ਵਿੱਚ ਅਜਿਹਾ ਕੋਈ ਕੱਪੜਾ ਨਹੀਂ ਸੀ ਕਿ ਵਿਛਾ ਕੇ ਦਸਤਰਖਾਨ ਵਜੋਂ ਵਰਤ ਲਿਆ ਜਾਂਦਾ। ਮੁਹੰਮਦ ਦੇ ਦਿਲ ਵਿੱਚ ਖਿਆਲ ਆਇਆ ਕਿ ਬਾਬਾ ਜੀ ਦਸਤਰਖਾਨ ਤੇ ਸੁਸ਼ੋਭਿਤ ਹੋਣੇ ਚਾਹੀਦੇ ਨੇ, ਇਸ ਤਰ੍ਹਾਂ ਜ਼ਮੀਨ ਤੇ ਬੈਠੇ ਖਾਣਾ ਖਾਂਦੇ ਠੀਕ ਨਹੀਂ ਲੱਗਦੇ। ਬਾਬਾ ਜੀ ਨੇ ਉਂਗਲ ਦੇ ਨਾਲ ਰੇਤ ਉੱਪਰ ਦਾਇਰਾ ਵਾਹਿਆ ਅਤੇ ਕਿਹਾ, ਇਹ ਰਿਹਾ ਮੇਰਾ ਦਸਤਰਖਾਨ ਮੁਹੰਮਦ ਭਰਾ, ਪ੍ਰਸ਼ਾਦਾ ਛਕ। ਆਰਿਫ ਬਾਬਾ ਜੀ ਦਾ ਹਮ ਉਮਰ ਅਤੇ ਹਮ ਜਮਾਤੀ ਸੀ, ਦੋਸਤ ਸੀ ਬਚਪਨ ਦਾ।
ਮੁਲਤਾਨ ਦੇ ਮਲਿਕ ਨੇ ਉਸ ਨੂੰ ਬੁਲਾ ਕੇ ਕਿਹਾ, ਬਾਬਾ ਜੀ ਇਸ ਵੇਲੇ ਹਾਂਸੀ ਵਿੱਚ ਨੇ, ਸਾਡੀ ਅਰਜ਼ ਤਾਂ ਉਹਨਾਂ ਮੰਨਣੀ ਨਹੀਂ, ਤੁਸੀਂ ਉਹਨਾਂ ਦੇ ਬਚਪਨ ਦੇ ਸਖੇ ਹੋ। ਜਾਓ ਆਖੋ ਕਿ ਬਾਬਾ ਜੀ ਜਿਸ ਮੁਲਤਾਨ ਦੀਆਂ ਗਲੀਆਂ ਵਿੱਚ ਖੇਡਦੇ ਖੇਡਦੇ ਤੁਸੀਂ ਵੱਡੇ ਹੋਏ ਹੋ, ਉਹ ਗਲੀਆਂ ਤੁਹਾਡੇ ਦੀਦਾਰ ਵਾਸਤੇ ਸਹਿਕ ਰਹੀਆਂ ਨੇ। ਕਿਰਪਾ ਕਰੋ ਅਤੇ ਮੁਲਤਾਨ ਦੀ ਇੱਕ ਫੇਰੀ ਪਾਓ। ਮਲਿਕ ਨੇ ਉਸ ਨੂੰ ਘੋੜਾ ਦਿੱਤਾ, ਰਸਤੇ ਵਿੱਚ ਖਾਣ ਪੀਣ ਲਈ ਸਮੱਗਰੀ ਦਿੱਤੀ, ਇੱਕ ਥੈਲੀ ਵਿੱਚ 100 ਮੋਹਰਾਂ ਪਾ ਕੇ ਦਿੱਤੀਆਂ ਕਿ ਇਹ ਸਾਡੇ ਵੱਲੋਂ ਨਜ਼ਰਾਨਾ ਉਹਨਾਂ ਦੇ ਚਰਨਾਂ ਵਿੱਚ ਭੇਟ ਕਰਨਾ। ਆਰਿਫ ਅਗਲੇ ਦਿਨ ਹਾਂਸੀ ਵੱਲ ਨੂੰ ਤੁਰ ਪਿਆ। ਤੁਰਨ ਤੋਂ ਪਹਿਲਾਂ 50 ਮੋਹਰਾਂ ਥੈਲੀ ਵਿੱਚੋਂ ਕੱਢ ਕੇ ਘਰ ਰੱਖ ਗਿਆ। ਚਲੋ ਚਾਲ ਹਾਂਸੀ ਪੁੱਜ ਗਿਆ। ਘੋੜਾ ਰੁੱਖ ਦੇ ਨਾਲ ਬੰਨਿਆ। ਬਾਬਾ ਜੀ ਦੇਖਦੇ ਰਹੇ, ਪਛਾਣਦੇ ਰਹੇ ਅਤੇ ਕਿਹਾ, ਸ਼ਾਇਦ ਆਰਿਫ ਹੈ, ਆਪਣਾ ਗਰਾਈ ਬਾਈ। ਆਰਿਫ ਨੇ ਮੱਥਾ ਟੇਕਿਆ ਅਤੇ 50 ਮੋਹਰਾਂ ਵਾਲੀ ਥੈਲੀ ਬਾਬਾ ਜੀ ਦੇ ਚਰਨਾਂ ਵਿੱਚ ਰੱਖੀ। ਬਾਬਾ ਜੀ ਖੜੇ ਹੋ ਗਏ, ਆਰਿਫ ਨੂੰ ਜੱਫੀ ਵਿੱਚ ਲੈ ਕੇ ਕਹਿਣ ਲੱਗੇ, ਮੈਂ ਤਾਂ ਤੁਹਾਨੂੰ ਦੋਸਤ ਸਮਝਦਾ ਰਿਹਾ, ਪਰ ਤੁਸੀਂ ਤਾਂ ਮੇਰੇ ਭਰਾ ਨਿਕਲੇ ਆਰਿਫ, ਤੁਸੀਂ ਤਾਂ ਸਕੇ ਭਰਾ ਹੋ ਮੇਰੇ। ਆਰਿਫ ਨੂੰ ਗੱਲ ਦੀ ਸਮਝ ਨਾ ਲੱਗੀ ਅਤੇ ਕਿਹਾ, ਜੀ ਮੈਨੂੰ ਕੁਝ ਪਤਾ ਨਹੀਂ ਲੱਗਾ ਕਿ ਮੈਂ ਆਪ ਦਾ ਭਰਾ ਕਿਵੇਂ ਹਾਂ। ਬਾਬਾ ਜੀ ਨੇ ਕਿਹਾ, ਭਰਾ ਜੰਮਣ ਸਾਰ ਆਪਣੇ ਭਰਾ ਦੀ ਜਾਇਦਾਦ ਦੇ ਅੱਧ ਦਾ ਹਿੱਸੇਦਾਰ ਨਹੀਂ ਹੋ ਜਾਂਦਾ ਭਲਾ। ਸ਼ਰਮਿੰਦਗੀ ਦੇ ਨਾਲ ਆਰਿਫ ਕਹਿਣ ਲੱਗਾ, ਮਾਫ ਕਰ ਦਿਓ ਬਾਬਾ ਜੀ, ਦਰਅਸਲ ਮੈਂ ਡਰ ਗਿਆ ਸੀ ਕਿ ਰਸਤੇ ਦੇ ਵਿੱਚ ਕਿਤੇ ਸਾਰਾ ਧਨ ਡਾਕੂ ਹੀ ਨਾ ਲੁੱਟ ਲੈਣ, ਇਸ ਕਰਕੇ ਸੋਚਿਆ ਕਿ ਜਦੋਂ ਤੁਸੀਂ ਮੁਲਤਾਨ ਆਓਗੇ ਤਾਂ ਬਾਕੀ ਰਕਮ ਆਪ ਦੀ ਨਜ਼ਰ ਕਰ ਦਿਆਂਗਾ। ਬਾਬਾ ਜੀ ਹੱਸ ਪਏ ਅਤੇ ਕੁਝ ਨਾ ਕਿਹਾ। ਝੌਂਪੜੀ ਦੇ ਦੁਆਲੇ ਕੰਧਾਂ ਨਹੀਂ ਸਨ। ਮਰੀਦਾਂ ਨੇ ਬੇਨਤੀ ਕੀਤੀ ਕਿ ਕੰਧਾਂ ਉਸਾਰ ਦਈਏ। ਬਾਬਾ ਜੀ ਨੇ ਨਾ ਕਰ ਦਿੱਤੀ। ਫਰੀਦ ਇੱਟ ਉੱਪਰ ਇੱਟ ਨਹੀਂ ਚੜਨ ਦੇਗਾ। ਮਰੀਦਾਂ ਨੇ ਕਿਹਾ, ਜੀ ਸੱਪ ਫਿਰਦੇ ਰਹਿੰਦੇ ਨੇ, ਦੁਰਘਟਨਾ ਹੋ ਜਾਏਗੀ। ਬਾਬਾ ਜੀ ਨੇ ਕਿਹਾ, ਕੋਈ ਨਹੀਂ, ਕਿਸੇ ਨੂੰ ਕੁਝ ਨਹੀਂ ਕਹਿੰਦਾ ਸੱਪ, ਬੇਖੌਫ ਹੋ ਕੇ ਰਹੋ। ਮੁਰੀਦਾਂ ਨੇ ਹੋਰ ਮਿੰਨਤਾਂ ਕੀਤੀਆਂ ਤਾਂ ਇਸ ਸ਼ਰਤ ਤੇ ਕੰਧ ਕਰਨ ਦੀ ਆਗਿਆ ਦਿੱਤੀ ਕਿ ਪੱਕੀ ਇੱਟ ਨਹੀਂ ਲੱਗੇਗੀ। ਟੋਬੇ ਵਿੱਚੋਂ ਆਪਾਂ ਸਾਰੇ ਰਲ ਕੇ ਡਲੇ ਪੁੱਟ ਕੇ ਲਿਆਵਾਂਗੇ ਅਤੇ ਕੰਧ 1 ਗਜ਼ ਤੋਂ ਉੱਚੀ ਨਹੀਂ ਹੋਵੇਗੀ। ਬਾਬਾ ਫਰੀਦ ਜੀ ਦੇ ਹਵਾਲੇ ਨਾਲ ਅੱਗੇ ਲਿਖਦੇ ਨੇ ਕਿ ਉਹ ਭੀੜਾਂ ਤੋਂ ਦੂਰ ਉਜਾੜਾਂ ਦੇ ਵਿੱਚ ਵੀ ਵਸੇਬਾ ਕਰ ਲੈਂਦੇ ਤਾਂ ਉੱਥੇ ਮੇਲੇ ਲੱਗ ਜਾਇਆ ਕਰਦੇ ਸਨ। ਅੱਧੀ ਰਾਤ ਅਸੀਂ ਦਰਵਾਜ਼ਾ ਬੰਦ ਕਰਿਆ ਕਰਦੇ ਸਾਂ। ਕੋਈ ਬੰਦਾ ਵੀ ਅਜਿਹਾ ਨਹੀਂ ਸੀ ਹੁੰਦਾ ਜਿਸ ਨੂੰ ਕੁਝ ਨਾ ਕੁਝ ਨਾ ਮਿਲਦਾ। ਆਪਣੇ ਪਾਸ ਕੁਝ ਵੀ ਰੱਖਦੇ ਨਹੀਂ ਸਨ। ਗਜ਼ਬ ਦਾ ਤਿਆਗ ਸੀ ਉਹਨਾਂ ਦਾ। ਆਦਮ ਜ਼ਾਤ ਵਿੱਚੋਂ ਕੌਣ ਉਹਨਾਂ ਵਰਗਾ ਹੋ ਸਕਦਾ ਹੈ? ਚਾਹੇ ਵਰਿਆਂ ਤੋਂ ਕੋਈ ਆਪ ਦਾ ਵਾਕਿਫ ਹੁੰਦਾ, ਚਾਹੇ ਅਜਨਬੀ, ਗੱਲ ਇੱਕੋ ਤਰ੍ਹਾਂ ਕਰਦੇ ਸਨ ਹਰੇਕ ਦੇ ਨਾਲ। ਜਿਹੜੀ ਗੱਲ ਸਭ ਦੇ ਸਾਹਮਣੇ ਆਖਣ ਯੋਗ ਨਾ ਹੁੰਦੀ, ਉਹ ਇਕੱਲਿਆਂ ਵੀ ਨਹੀਂ ਕਰਦੇ ਸਨ। ਅੰਦਰੋਂ ਬਾਹਰੋਂ ਇੱਕੋ ਜਿਹੇ ਸਨ ਬਾਬਾ ਫਰੀਦ। ਇੰਨੀਆਂ ਮਿੱਠੀਆਂ ਅਤੇ ਮਿਹਰਬਾਨੀਆਂ ਦੇ ਨਾਲ ਭਰੀਆਂ ਗੱਲਾਂ ਸੁਣਦਿਆਂ ਕਈ ਬੰਦਿਆਂ ਦਾ ਦਿਲ ਕਰਦਾ ਸੀ ਕਿ ਇਸੇ ਅਵਸਥਾ ਵਿੱਚ ਪ੍ਰਾਣ ਨਿਕਲ ਜਾਣ ਤਾਂ ਕਿੰਨੀ ਚੰਗੀ ਕਿਸਮਤ ਹੋਵੇਗੀ। ਹੋਰ ਕੀ ਰੱਖਿਆ ਇਸ ਦੁਨੀਆ ਦੇ ਵਿੱਚ। ਜਦੋਂ ਕਿਸੇ ਫਕੀਰ ਦਾ ਨਾਮ ਲੈ ਕੇ ਕੋਈ ਸੋਹਣੀ ਗੱਲ ਸੁਣਾਉਣ ਲੱਗਦੇ, ਸਾਨੂੰ ਉਦੋਂ ਪਤਾ ਲੱਗ ਜਾਂਦਾ ਸੀ ਕਿ ਇਹ ਇਹਨਾਂ ਦੀ ਖੁਦ ਦੀ ਸਾਖੀ ਹੈ, ਪਰ ਆਪਣਾ ਨਾਮ ਛੁਪਾ ਲੈਂਦੇ ਸਨ। ਜਿੰਨਾ ਮਰਜ਼ੀ ਛੁਪਾਉਣ, ਅਸੀਂ ਬੁੱਝ ਲਿਆ ਕਰਦੇ ਸਾਂ। ਕਿਆ ਕਰਦੇ ਸਨ ਕਿ 3 ਵੇਲੇ ਇਹੋ ਜਿਹੇ ਹੁੰਦੇ ਨੇ ਜਦੋਂ ਰੱਬੀ ਰਹਿਮਤ ਨਾਜ਼ਲ ਹੁੰਦੀ ਹੈ। ਪਹਿਲਾ ਵੇਲਾ ਹੈ ਕੀਰਤਨ ਦਾ, ਦੂਸਰਾ ਜਦੋਂ ਬੰਦਗੀ ਦੀ ਤਾਕਤ ਹਾਸਲ ਕਰਨ ਲਈ ਸੰਜਮ ਦੇ ਨਾਲ ਭਜਨ ਕੀਤਾ ਜਾਵੇ, ਅਤੇ ਤੀਸਰਾ ਰੁੱਸੇ ਦਰਵੇਸ਼ਾਂ ਦਾ ਰਾਜੀਨਾਮਾ ਹੋਣ ਵਕਤ। ਇੱਕ ਵਾਰ ਕੁਝ ਫਕੀਰ ਆਪ ਦੀ ਖਾਨਗਾਹ ਦੇ ਵਿੱਚ ਹਾਜ਼ਰ ਹੋ ਕੇ ਕਹਿਣ ਲੱਗਾ, ਹਜੂਰ, ਸਾਡਾ ਆਪਸ ਦੇ ਵਿੱਚ ਤਕਰਾਰ ਹੋ ਗਿਆ ਸੀ, ਅਸੀਂ ਇਹ ਅਰਜ਼ ਕਰਨ ਆਏ ਹਾਂ ਕਿ ਸਾਡੀ ਸੁਲ੍ਹਾ ਕਰਵਾ ਦਿੱਤੀ ਜਾਵੇ। ਕਹਿੰਦੇ ਨੇ ਕਿ ਸ਼ੇਖ ਫਰੀਦ ਜੀ ਨੇ ਇਹ ਮਸਲਾ ਮੇਰੇ ਸਪੁਰਦ ਕਰ ਦਿੱਤਾ। ਮੈਂ ਉਹਨਾਂ ਦਰਵੇਸ਼ਾਂ ਨੂੰ ਇੱਕ ਪਾਸੇ ਲੈ ਗਿਆ ਤਾਂ ਕਿ ਆਰਾਮ ਦੇ ਨਾਲ ਗੱਲ ਸੁਣ ਸਕਾਂ। ਮੇਰੇ ਨਾਲ ਇਸਹਾਕ ਵੀ ਸੀ। ਬੜੀ ਹਲੀਮੀ ਨਾਲ ਉਹ ਇੱਕ ਦੂਜੇ ਨਾਲ ਇਸ ਤਰ੍ਹਾਂ ਗੱਲ ਕਰਨ ਲੱਗੇ ਕਿ ਉਸ ਦਿਨ ਤੁਸੀਂ ਮੈਨੂੰ ਇਹ ਗੱਲ ਕਹੀ ਸੀ, ਜਿਸ ਦੇ ਜਵਾਬ ਵਿੱਚ ਮੈਂ ਇਉਂ ਬੇਨਤੀ ਕੀਤੀ ਸੀ। ਤੁਸੀਂ ਉੱਤਰ ਦਿੰਦਿਆਂ ਇਉਂ ਫਰਮਾਇਆ ਤਾਂ ਮੈਨੂੰ ਤੁਹਾਡੀ ਗੱਲ ਪੂਰੀ ਸਮਝ ਵਿੱਚ ਨਹੀਂ ਆਈ, ਜਿਸ ਕਰਕੇ ਜਵਾਬ ਉਲਟ ਪੁਲਟ ਦੇ ਬੈਠਾ ਸਾਂ। ਮੇਰੇ ਤੋਂ ਇਹ ਗੁਸਤਾਖੀ ਹੋ ਗਈ ਸੀ। ਦੂਜੇ ਨੇ ਉੱਤਰ ਦਿੱਤਾ, ਨਹੀਂ, ਤੁਸੀਂ ਠੀਕ ਉੱਤਰ ਦਿੱਤਾ ਸੀ, ਭੁੱਲ ਮੇਰੇ ਤੋਂ ਹੋਈ ਜੋ ਮੈਂ ਖਾਹ ਤੈਸ਼ ਵਿੱਚ ਆ ਗਿਆ। ਮੈਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀ, ਗਲਤੀ ਮੇਰੀ ਸੀ।
ਜਿਸ ਅੰਦਾਜ਼ ਦੇ ਨਾਲ ਉਹਨਾਂ ਨੇ ਆਪਣੀ ਵਿੱਚ ਗੱਲਾਂ ਕੀਤੀਆਂ, ਬਦਰੁਦੀਨ, ਇਸਹਾਕ ਅਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਅਸੀਂ ਸਮਝ ਗਏ ਇਹ ਤਾਂ ਆਪਸ ਵਿੱਚ ਕਦੀ ਲੜੇ ਹੀ ਨਹੀਂ ਹੋਣੇ, ਇਹ ਲੜਨ ਵਾਲੇ ਮਨੁੱਖ ਹੈ ਹੀ ਨਹੀਂ, ਇਹ ਤਾਂ ਸਾਨੂੰ ਅਕਲ ਦੇਣ ਆਏ ਸਨ ਕਿ ਲੜਨ ਮਗਰੋਂ ਇਸ ਤਰ੍ਹਾਂ ਦਾ ਸ਼੍ਰਿਸ਼ਟ ਵਿਹਾਰ ਕਰੀਦਾ ਹੁੰਦਾ ਹੈ। ਇਹ ਤਾਂ ਰੱਬ ਦੇ ਭੇਜੇ ਭਲੇ ਲੋਕ ਸਨ। ਦੱਸਦੇ ਨੇ ਕਿ ਜ਼ਿਆਉਦੀਨ ਫਲਸਫੇ ਦਾ ਵਿਦਵਾਨ ਅਧਿਆਪਕ ਸੀ। ਉਹ ਸ਼ੇਖ ਸਾਹਿਬ ਦੇ ਦੀਦਾਰ ਕਰਨ ਆਇਆ ਤਾਂ ਸੋਚਦਾ ਆਇਆ ਕਿ ਮੈਨੂੰ ਦੀਨ ਅਤੇ ਵਿਆਕਰਨ ਦਾ ਕੋਈ ਇਲਮ ਨਹੀਂ। ਜੇ ਮੇਰੇ ਤੋਂ ਇਹਨਾਂ ਬਾਰੇ ਸਵਾਲ ਪੁੱਛਣ ਲੱਗ ਗਏ ਤਾਂ ਫਿਰ ਕੀ ਕਰਾਂਗਾ। ਝਿਜਕਦਿਆਂ ਹੋਇਆਂ ਚਰਨੀ ਹੱਥ ਲਾ ਕੇ ਬੈਠ ਗਿਆ। ਉਸ ਨੂੰ ਪੁੱਛਿਆ, ਹੱਕ ਵਿੱਚ ਅਤੇ ਵਿਰੋਧ ਵਿੱਚ ਕਿਸ ਪ੍ਰਕਾਰ ਦੀਆਂ ਦਲੀਲਾਂ ਦਈਦੀਆਂ ਨੇ? ਕਿੰਨਾਂ ਦਲੀਲਾਂ ਦੇ ਨਾਲ ਰੱਬ ਦੀ ਹੋਂਦ ਤੋਂ ਮੁਨਕਰ ਹੋਈਦਾ ਹੈ ਅਤੇ ਕਿਸ-ਕਿਸ ਦਲੀਲ ਦੇ ਨਾਲ ਉਸ ਦੀ ਹੋਂਦ ਨੂੰ ਸਿੱਧ ਕਰੀਦਾ ਹੈ? ਗੱਲ ਕੀ ਜੋ ਉਸ ਨੂੰ ਆਉਂਦਾ ਸੀ ਉਹ ਪੁੱਛਦੇ ਗਏ। ਪੂਰਾ ਸ਼ਰਮਸ਼ਾਰ ਨਹੀਂ ਕੀਤਾ। ਪਾਕਪਤਨ ਦਾ ਕਾਜੀ ਬਾਬਾ ਜੀ ਦਾ ਸਖਤ ਨਫ਼ਰਤੀ ਸੀ ਅਤੇ ਹਰ ਵਕਤ ਖਿਲਾਫ ਬੋਲਦਾ ਰਹਿੰਦਾ ਸੀ। ਉਸਨੇ ਸ਼ਹਿਰ ਦੇ ਮੌਲਵੀਆਂ ਦੀ ਮੀਟਿੰਗ ਮਸਜਿਦ ਦੇ ਅੰਦਰ ਬੁਲਾ ਲਈ। ਮੀਟਿੰਗ ਵਿੱਚ ਹਾਜ਼ਰੀਨ ਨੂੰ ਪੁੱਛਿਆ, ਤੁਸੀਂ ਜਾਣਦੇ ਹੋ ਭਾਈਓ ਕਿ ਇਸਲਾਮ ਦੇ ਵਿੱਚ ਸੰਗੀਤ ਦੀ ਮਨਾਹੀ ਹੈ। ਜੇ ਕੋਈ ਮੁਸਲਮਾਨ ਹੋ ਕੇ ਗਾਉਣ ਵਜਾਉਣ ਵਿੱਚ ਮਗਨ ਰਹੇ ਅਤੇ ਅਜਿਹੀ ਹਮਾਕਤ ਕਰੇ ਕਿ ਮਸਜਿਦ ਦੇ ਨਜ਼ਦੀਕੀ ਵੀ ਗਾਈ ਜਾਵੇ ਤਾਂ ਉਸ ਦੇ ਨਾਲ ਕੀ ਸਲੂਕ ਕਰਨਾ ਚਾਹੀਦਾ ਹੈ? ਸਰੋਤੇ ਚੁੱਪ ਹੋ ਗਏ, ਕੋਈ ਉੱਤਰ ਨਾ ਦਿੱਤਾ। ਇੱਕ ਬਜ਼ੁਰਗ ਆਖਰ ਪੁੱਛ ਹੀ ਬੈਠਾ, ਜੀ ਇਹ ਦੱਸੋ ਪਹਿਲਾਂ ਕਿ ਉਹ ਸ਼ਖਸ ਹੈ ਕੌਣ ਜਿਸ ਬਾਬਤ ਤੁਸੀਂ ਫਤਵਾ ਜਾਰੀ ਕਰਨਾ ਚਾਹੁੰਦੇ ਹੋ? ਕਾਜੀ ਨੇ ਕਿਹਾ, ਫਰੀਦੁਦੀਨ। ਸਾਰੇ ਮੌਜੂਦ ਬੰਦਿਆਂ ਨੇ ਕੰਨਾਂ ਨੂੰ ਹੱਥ ਲਾਏ ਅਤੇ ਕਿਹਾ, ਸ਼ੇਖ ਫਰੀਦ ਜੋ ਕਰਦਾ ਹੈ ਸੋਈ ਕਰਨਯੋਗ ਹੈ। ਉਹਨਾਂ ਦੇ ਦਰਬਾਰ ਵਿੱਚ ਜਾਣ ਵਾਲਿਆਂ ਦੇ ਗੁਨਾਹ ਬਖਸ਼ੇ ਜਾਂਦੇ ਨੇ। ਸਾਰੇ ਜਾਣੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਬਲਬਨ ਅਜੇ ਬਾਦਸ਼ਾਹ ਨਹੀਂ ਸੀ ਬਣਿਆ। ਉਸ ਦਾ ਨਾਮ ਉਲਗ ਖਾਨ ਸੀ। ਇੱਧਰ ਪਾਕਪਤਨ ਵੱਲ ਦੀ ਲੰਘਿਆ ਤਾਂ ਦਰਸ਼ਨ ਕਰਨ ਆਇਆ। ਕੁਝ ਰਕਮ ਅਤੇ 4 ਪਿੰਡਾਂ ਦੇ ਪਟੇ ਦੇ ਕਾਗਜ਼ ਆਪ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ। ਬਾਬਾ ਜੀ ਨੇ ਪੁੱਛਿਆ, ਇਹ ਕੀ ਹੈ? ਉਲਗ ਖਾਨ ਨੇ ਦੱਸਿਆ, ਜੀ ਪੈਸੇ ਦਰਵੇਸ਼ਾਂ ਲਈ ਹਨ ਅਤੇ 4 ਪਿੰਡਾਂ ਦਾ ਪਟਾ ਆਪ ਦੇ ਲਈ। ਬਾਬਾ ਜੀ ਨੇ ਫਰਮਾਇਆ, ਪੈਸੇ ਰੱਖ ਜਾਓ, ਲੋੜਵੰਦਾਂ ਦੇ ਕੰਮ ਆਉਣਗੇ। ਪਟੇ ਚੁੱਕ ਲਵੋ, ਇਹਨਾਂ ਦੇ ਚਾਹਵਾਨ ਹੋਰ ਬਥੇਰੇ ਨੇ। ਸਾਡੇ ਵਡੇਰਿਆਂ ਨੇ ਜ਼ਗੀਰਾਂ ਨਹੀਂ ਲਈਆਂ ਕਦੇ। ਉਲਗ ਖਾਨ ਨੇ ਕਿਹਾ, ਜੀ ਇੱਕ ਬਾਗ ਦਾ ਪਟਾ ਵੀ ਹੈ। ਬਾਬਾ ਜੀ ਹੱਸ ਪਏ, ਕਿਹਾ, ਮੈਂ ਤੇਰੇ ਬਾਗਾਂ ਦਾ ਘਾਹ ਨਹੀਂ ਬਣਨਾ ਭਾਈ, ਬਸ ਅੱਲਾਹ ਦਾ ਨਾਮ ਲਿਆ ਕਰ। ਇੱਕ ਵਾਰ ਇੱਕ ਦੁਖੀ ਬਜ਼ੁਰਗ ਬਾਬਾ ਫਰੀਦ ਜੀ ਦੇ ਪਾਸ ਆ ਕੇ ਫਰਿਆਦ ਕਰਨ ਲੱਗਾ, ਜੀ ਮੇਰਾ ਬੇਟਾ ਬੇਕਸੂਰ ਹੈ, ਤੁਸੀਂ ਜਾਣੀ ਜਾਣੋ, ਮੈਂ ਕੀ ਦੱਸਾਂ। ਜੇ ਕਸੂਰਵਾਰ ਹੈ ਤਾਂ ਤਰਸ ਨਾ ਖਾਓ। ਉਸ ਨੂੰ ਸੁਲਤਾਨ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ ਮਾਸੂਮ ਨੂੰ, ਉਸ ਨੂੰ ਬਚਾਓ ਮਾਲਕ। ਸੁਲਤਾਨ ਬਲਬਨ ਦੇ ਨਾਮ ਬਾਬਾ ਜੀ ਨੇ ਇੱਕ ਖੱਤ ਲਿਖਿਆ ਕਿ ਇਸ ਬੰਦੇ ਨੂੰ ਤੁਹਾਡੇ ਪਾਸ ਭੇਜਦਾ ਹਾਂ। ਤੁਸੀਂ ਇਸ ਦੀ ਫਰਿਆਦ ਸੁਣ ਕੇ ਅਮਲ ਕਰ ਦਿੱਤਾ ਤਾਂ ਮਤ ਇਹ ਸਮਝਣਾ ਕਿ ਤੁਸੀਂ ਕਿਸੇ ਨੂੰ ਜ਼ਿੰਦਗਾਨੀ ਦੇ ਰਹੇ ਹੋ। ਜ਼ਿੰਦਗੀ ਦੇਣ ਦਾ ਕੰਮ ਕੇਵਲ ਅੱਲਾ ਦਾ ਹੈ। ਜੇ ਤੁਸੀਂ ਇਸ ਦੀ ਅਰਜ਼ ਨਜ਼ਰਅੰਦਾਜ਼ ਕਰ ਦਿੱਤੀ ਤਾਂ ਮਤ ਇਹ ਸਮਝਣਾ ਕਿ ਤੁਸੀਂ ਕਿਸੇ ਦੀ ਜਾਨ ਲੈ ਸਕਦੇ ਹੋ। ਫਿਰ ਇਹ ਜਾਣਨਾ ਕਿ ਪਰਵਰਦਿਗਾਰ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਹ ਤੁਹਾਡੇ ਹੱਥੋਂ ਨੇਕੀ ਕਰਵਾਉਂਦਾ। ਖੱਤ ਪੜ੍ਹ ਕੇ ਸੁਲਤਾਨ ਨੇ ਬੰਦੀ ਨੂੰ ਰਿਹਾ ਕਰ ਦਿੱਤਾ। ਹਜ਼ਰਤ ਦੇ ਸਾਰੇ ਵਿਦਿਆਰਥੀਆਂ ਦੇ ਵਿੱਚੋਂ ਉਹ ਸਭ ਤੋਂ ਵੱਧ ਆਮਿਰ ਖੁਸਰੋ ਨੂੰ ਪਿਆਰ ਕਰਿਆ ਕਰਦੇ ਸਨ। ਆਮਿਰ ਖੁਸਰੋ ਦੇ ਵਡੇਰੇ ਤੁਰਕ ਸਨ ਜੋ ਯੂਪੀ ਵਿੱਚ ਆ ਕੇ ਵਸੇ ਸੀ। ਈਟਾ ਜ਼ਿਲ੍ਹੇ ਦੇ ਪਿੰਡ ਪਟਿਆਲੀ ਦੇ ਵਿੱਚ ਖੁਸਰੋ ਦਾ ਜਨਮ ਹੋਇਆ। ਪਰਿਵਾਰਕ ਨਾਮ ਅਬਦੁਲ ਹਸਨ ਅਮੀਨੁਦੀਨ ਰੱਖਿਆ ਗਿਆ। ਉਸ ਨੂੰ ਉਰਦੂ ਭਾਸ਼ਾ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਉਸਨੇ ਲੋਕ ਗੀਤ ਇਕੱਠੇ ਕੀਤੇ, ਬੁਝਾਰਤਾਂ ਇਕੱਠੀਆਂ ਕੀਤੀਆਂ, ਸੈਂਕੜੇ ਗਜ਼ਲਾਂ ਰਚੀਆਂ। ਕਵਾਲੀ ਦਾ ਹੁਣ ਵਾਲਾ ਅੰਦਾਜ਼ ਉਸੇ ਦੀ ਦੇਣ ਹੈ ਅਤੇ ਕਈ ਨਵੇਂ ਰਾਗਾਂ ਦੀ ਰਚਨਾ ਕੀਤੀ। ਕਦੀ ਕਦਾਈ ਨਿਜ਼ਾਮੁਦੀਨ ਆਖ ਦਿੰਦੇ, ਰੱਬ ਕੋਲ ਪੁੱਜਣ ਦਾ ਵਕਤ ਆ ਰਿਹਾ ਹੈ। ਜਦੋਂ ਮੈਨੂੰ ਪੁੱਛਿਆ ਗਿਆ ਕਿ ਕਿੰਨੀ ਬੰਦਗੀ ਕੀਤੀ, ਕਿੰਨੇ ਨੇਕ ਕੰਮ ਕੀਤੇ, ਤਾਂ ਮੈਂ ਆਖਾਂਗਾ ਕਿ ਕੋਈ ਚੰਗਾ ਕੰਮ ਨਹੀਂ ਹੋਇਆ ਪਿਤਾ, ਖਾਸ ਬੰਦਗੀ ਨਹੀਂ ਕਰ ਸਕਿਆ। ਹਾਂ, ਇੱਕ ਕੰਮ ਕੀਤਾ, ਮੈਂ ਦੁਨੀਆ ਨੂੰ ਆਮਿਰ ਖੁਸਰੋ ਦੇ ਕੇ ਆਇਆ। ਖੁਸਰੋ ਦਾ ਨਾਮ ਲਵਾਂਗਾ ਤਾਂ ਰੱਬ ਮੇਰੇ ਸਾਰੇ ਗੁਨਾਹ ਮਾਫ ਕਰ ਦੇਵੇਗਾ। ਖੁਸਰੋ ਨੇ ਆਪਣੇ ਮੁਰਸ਼ਦ ਬਾਰੇ ਲਿਖਿਆ,
ਉਸ ਦੇ ਕਦਮਾਂ ਦੀ ਛੋਹ ਪ੍ਰਾਪਤ ਕਰਨ ਸਾਰ ਸਿਰ ਦੁੱਖਾਂ, ਸੰਕਟਾਂ, ਫਿਕਰਾਂ ਤੋਂ ਮੁਕਤ ਹੋ ਜਾਂਦਾ ਹੈ। ਬਿਨਾਂ ਤਾਜ ਅਤੇ ਸਿੰਘਾਸਣ ਦੇ ਉਹ ਦੁਨੀਆ ਤੇ ਰਾਜ ਕਰ ਰਿਹਾ ਹੈ। ਬਾਦਸ਼ਾਹ ਉਸ ਦੇ ਚਰਨਾਂ ਦੀ ਧੂੜ ਹਾਸਲ ਕਰਨ ਦੇ ਇਛੁਕ ਰਹਿੰਦੇ ਨੇ, ਪਰ ਸ਼ੇਖ ਫਰੀਦ ਉਹਨਾਂ ਨੂੰ ਇਸ ਦੀ ਆਗਿਆ ਨਹੀਂ ਦਿੰਦਾ। ਮੈਨੂੰ ਫਖਰ ਹੈ, ਮੈਂ ਉਸ ਦਾ ਗੁਲਾਮ ਹਾਂ। ਉਸ ਦਾ ਨਾਮ ਨਿਜ਼ਾਮ ਹੈ, ਇਸ ਲਈ ਮੈਂ ਨਿਜ਼ਾਮੀ ਹੋਇਆ। ਇੱਕ ਦਿਨ ਉਸਨੇ ਖਾਨਗਾਹ ਦੇ ਵਿੱਚ ਅਲੀ ਬਿਨ ਮਹਿਮੂਦ ਜਾਂਦਾਰ ਨੂੰ ਬੈਠਿਆ ਵੇਖਿਆ। ਉਹ ਅਮੀਰ ਆਯਾਸ਼ ਆਦਮੀ ਸੀ। ਖੁਸਰੋ ਨੇ ਪੁੱਛਿਆ, ਓਏ ਜੂਏਬਾਜ਼, ਤੂੰ ਇੱਥੇ ਕਿਵੇਂ? ਤੈਨੂੰ ਤਾਂ ਸ਼ਤਰੰਜ ਤੋਂ ਵੇਲ ਨਹੀਂ ਮਿਲੀ ਕਦੀ। ਜਾਂਦਾਰ ਹੱਸ ਪਿਆ। ਕਿਆ ਸੱਚ ਹੈ ਖੁਸਰੋ? ਮੱਕੇ ਹੱਜ ਕਰਨ ਜਾਂਦਿਆਂ ਵੀ ਰਸਤੇ ਦੇ ਵਿੱਚ ਮੈਂ ਸ਼ਤਰੰਜ ਖੇਡਣੋਂ ਨਹੀਂ ਹਟਿਆ ਸਾਂ, ਪਰ ਜਦੋਂ ਸ਼ੇਖ ਸਾਹਿਬ ਦੀ ਅਸੀਸ ਮਿਲੀ ਮੈਂ ਇਸ ਵੱਲ ਦੇਖਦਾ ਵੀ ਨਹੀਂ। ਇਹ ਗੱਲ ਅੰਦਰ ਜਾ ਕੇ ਖੁਸਰੋ ਨੇ ਸ਼ੇਖ ਨੂੰ ਦੱਸੀ। ਉਹਨਾਂ ਨੇ ਖੁਸ਼ ਹੋ ਕੇ ਅਨਾਰ ਦਿੰਦਿਆਂ ਕਿਹਾ, ਜਾਓ ਦੋਵੇਂ ਛਕੋ, ਅੱਲਾਹ ਮਿਹਰਬਾਨ ਹੈ। ਇੱਕ ਦਿਨ ਕਹਿਣ ਲੱਗੇ, ਖੁਸਰੋ ਮੇਰੀ ਲੰਬੀ ਉਮਰ ਵਾਸਤੇ ਅਰਦਾਸ ਕਰਿਆ ਕਰ, ਕਿਉਂਕਿ ਮੇਰੇ ਬਾਅਦ ਲੰਮਾ ਸਮਾਂ ਜਿਉ ਨਹੀਂ ਸਕੇਗਾ ਤੂੰ। ਮੈਂ ਕਹਿ ਦਿੱਤਾ ਹੈ ਸੇਵਾਦਾਰਾਂ ਨੂੰ, ਤੇਰੀ ਕਬਰ ਮੇਰੇ ਨਜ਼ਦੀਕ ਖੋਦਣ। ਮੇਰੀ ਉਂਗਲ ਫੜ ਕੇ ਤੂੰ ਰੱਬ ਦੇ ਕੋਲ ਜਾਏਗਾ। ਅਖੀਰ ਸ਼ੇਖ ਫਰੀਦ ਨੇ ਆਮਿਰ ਖੁਸਰੋ ਨੂੰ ਅਸੀਸਾਂ ਦਿੰਦਿਆਂ ਕਿਹਾ ਕਿ ਸਦੀਆਂ ਦੇ ਵਿੱਚ ਕਦੀ ਕਦਾਈ ਤੇਰੇ ਜਿਹਾ ਸ਼ਾਇਰ ਅਤੇ ਵਾਰਤਾਕਾਰ ਪੈਦਾ ਹੁੰਦਾ ਹੈ ਖੁਸਰੋ। ਇਹ ਹੁਨਰ ਬੜਾ ਬਰੀਕ ਹੈ। ਤੂੰ ਨਸੀਰ ਖੁਸਰੋ ਨਹੀਂ ਹੈ, ਸਾਡਾ ਖੁਸਰੋ ਹੈ। ਨਸੀਰ ਮਦਦਗਾਰ ਤਾਂ ਅੱਲਾ ਹੈ। ਅਖੀਰ ਸ਼ੇਖ ਫਰੀਦ ਜੀ ਦੀ ਰਹਿਲਤ ਤੋਂ ਬਾਅਦ ਉਹਨਾਂ ਦੀ ਕਬਰ ਦੇ ਉੱਤੇ ਦੇਰ ਤੱਕ ਵਿਰਲਾਪ ਕਰਨੋਂ ਆਮਿਰ ਖੁਸਰੋ ਨਾ ਹਟਿਆ ਤਾਂ ਮੁਰੀਦਾਂ ਨੇ ਦਿਲ ਸਖਤ ਕਰਨ ਲਈ ਕਿਹਾ, ਧਰਵਾਸ ਰੱਖਣ ਲਈ ਕਿਹਾ। ਤਾਂ ਰੋਂਦਿਆਂ ਰੋਂਦਿਆਂ ਖੁਸਰੋ ਨੇ ਕਿਹਾ, ਕੌਣ ਕਿਸੇ ਵਾਸਤੇ ਰੋਂਦਾ ਹੈ? ਖੁਦ ਉੱਤੇ ਰੋ ਰਿਹਾ ਹਾਂ, ਹੁਣ ਮੈਂ ਬਚਾਂਗਾ ਨਹੀਂ। ਅਖੀਰ 25 ਸਤੰਬਰ 1325 ਨੂੰ ਉਹ ਖਾਲਿਕ ਨੂੰ ਜਾ ਮਿਲਿਆ।